गुर की महिमा क्या कहा, गुर बिबेक सत सर। ओह आद जुगादि जुगह जुग पूरा परमेश्वर। नाम ध्यावहो सद सदा, हर हर मन रंगे। जियो प्राण धन गुरु है, नानक कै संगे। चबर छतर तख्त दे मालक ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਪਾਕ ਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਆਪ ਸਰਬੱਤ ਸੰਗਤਾਂ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਿਆਂ ਕਰਨ ਦੇ ਲਈ ਹਾਜ਼ਰੀਨ ਹੋ। ਬੜੀ ਸਹਿਜਤਾ ਦੇ ਨਾਲ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੁਣਾਂ ਨੇ ਆਪ ਸੰਗਤ ਨੂੰ ਤੁਰਕੀ ਬਾਣੀ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਕ ਫੁਰਮਾਨ ਸਰਵਣ ਕਰਵਾਇਆ ਹੈ। ਆਓ ਜੋ ਮਹਾਨ ਅਗੰਮੀ ਉਸਤਤੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੀ ਭਾਈ ਸਾਹਿਬ ਭਾਈ ਨੰਦ ਲਾਲ ਨੇ ਗੰਜਨਾਮੇ ਵਿੱਚ ਲਿਖੀ ਹੈ, ਉਸ ਵਡਿਆਈ ਨੂੰ ਗਾ ਕੇ ਸ਼ਰਵਣ ਕਰਕੇ ਆਪਣਾ ਜੀਵਨ ਸਫਲ ਕਰੀਏ। ਗੁਰੂ ਮਹਾਰਾਜ ਗੁਰੂ ਕੀਆਂ ਪਰਮੇਸ਼ਰ ਕੀਆਂ ਕਥਾ ਕਹਾਣੀਆਂ ਬਾਬਤ ਇਹ ਬਚਨ ਕਹਿੰਦੇ ਨੇ, ਸਰਵਣ ਸੁਨੀਜੈ ਅੰਮ੍ਰਿਤ ਕਥਾ, ਜਾਸ ਸੁਣੀ ਮਨ ਹੋਏ ਆਨੰਦਾ, ਦੁਖ ਰੋਗ ਮਨ ਸਗਲੇ ਲਥਾ। ਕਹਿੰਦੇ ਸਰਵਣਾ ਦੇ ਨਾਲ, ਕੰਨਾਂ ਦੇ ਨਾਲ ਅਕਾਲ ਪੁਰਖ ਦੀ, ਗੁਰੂ ਪਰਮੇਸ਼ਰ ਦੀ, ਸਾਧੂਆਂ ਸਤਿਪੁਰਸ਼ਾਂ ਦੀ ਅੰਮ੍ਰਿਤਮਈ ਕਥਾ ਸੁਣ। ਕਥਾ ਕਹਾਣੀਆਂ ਨੂੰ ਸਰਵਣ ਕਰ। ਸੁਣਨ ਦਾ ਲਾਭ ਇਹ ਹੈ, ਇੱਕ ਤੇ ਜਿਹੜਾ ਮਨ ਡਿਪਰੈਸ਼ਨ ਵਿੱਚ ਹੈ, ਚਿੰਤਾਵਾਂ ਵਿੱਚ ਹੈ, ਜਾਸ ਸੁਣੀ ਮਨ ਹੋਏ ਆਨੰਦਾ, ਖਿੜ ਉੱਠੇਗਾ। ਮੁਰਝਾਇਆ ਹੋਇਆ ਮਨ ਖੇੜੇ ਵਿੱਚ ਆ ਜਾਵੇਗਾ। ਇੱਥੇ ਲਫ਼ਜ਼ ਦੋ ਵਰਤੇ ਨੇ, ਦੁਖ ਰੋਗ। ਹੁਣ ਜਿਹੜਾ ਦੁੱਖ ਹੈ ਉਹ ਮਨ ਨੂੰ ਹੈ, ਰੋਗ ਤਨ ਨੂੰ ਹੁੰਦਾ ਹੈ। ਇਹ ਮਹਿਮਾ ਹੈ ਗੁਰੂ ਕੀਆਂ ਕਥਾ ਕਹਾਣੀਆਂ, ਅਕਾਲ ਪੁਰਖ ਦੀ ਵਡਿਆਈ ਸੁਣਨ ਦੀ, ਕਿ ਇੱਕ ਤੇ ਤਨ ਦਾ ਰੋਗ ਮਿਟੇਗਾ, ਦੂਸਰਾ ਜੋ ਮਨ ਨੂੰ ਦੁੱਖ ਹੈ, ਸੋਗ ਹੈ, ਚਿੰਤਾਵਾਂ ਨੇ, ਉਹ ਮਿਟ ਜਾਂਦੇ ਨੇ। ਮਹਾਰਾਜ ਕਹਿੰਦੇ ਨੇ ਔਰ ਯੋਰ ਡਿਸੀਜ਼ਸ ਵਿਲ ਡਿਪਾਰਟ, ਤੇਰੇ ਰੋਗ ਸਾਰੇ ਮਿਟ ਜਾਣਗੇ। ਐਸੀ ਗੁਰੂ ਕੀ ਵਡਿਆਈ ਸੁਣਨ ਦੀ ਮਹਿਮਾ ਹੈ, ਮਹਾਤਮ ਹੈ।
ਗੁਰੂ ਗ੍ਰੰਥ ਸਾਹਿਬ ਬੇਅੰਤ ਵਡਿਆਈ ਗੁਰੂ ਕੀ ਗਾਉਂਦੇ ਨੇ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾਂ ਕੀ ਕੋਏ ਨਾ ਮੇਟੈ ਦਾਤ। ਕਹਿੰਦੇ ਗੁਰੂ ਦੀ ਵਡਿਆਈ ਕਰ, ਪਰਮੇਸ਼ਵਰ ਦੀ ਵਡਿਆਈ ਕਰ। ਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਵੀ ਝੋਲੀਆਂ ਭਰਨ ਵਾਲਾ ਨਹੀਂ ਹੈ। ਜਦੋਂ ਤੂੰ ਗੁਰਾਂ ਦਾ ਆਸਰਾ ਲਵੇਂਗਾ, ਜਾਂ ਕੀ ਕੋਏ ਨਾ ਮੇਟੈ ਦਾਤ, ਤੇਰੀਆਂ ਝੋਲੀਆਂ ਭਰ ਦੇਣਗੇ। ਉਹਨਾਂ ਦੀ ਬਖਸ਼ੀ ਦਾਤ ਨੂੰ ਕੋਈ ਖੋਹ ਨਹੀਂ ਸਕਦਾ। ਗੁਰੂ ਤਰੁੱਠ ਜਾਵੇ, ਖੁਸ਼ੀਆਂ ਖੇੜੇ ਬਖਸ਼ੇ, ਕੋਈ ਵਿੱਚ ਰੋਕ ਟੋਕ ਕਰਨ ਵਾਲਾ ਪੈਦਾ ਨਹੀਂ ਹੋਇਆ। ਜੋ ਗੁਰੂ ਚਾਹਵੇ ਉਹ ਹੁੰਦਾ ਹੈ। ਕਿਉਂ ਜੀ? ਕਹਿੰਦੇ ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੈ ਸੋ ਪ੍ਰਵਾਨ। ਕਿਉਂਕਿ ਗੁਰੂ ਹਰਿਕ੍ਰਿਸ਼ਨ ਮਹਾਰਾਜ ਅਤੇ ਅਕਾਲ ਪੁਰਖ ਇੱਕ ਸਰੂਪ ਨੇ। ਇੱਕ ਨਿਰਗੁਣ ਹੈ, ਦੂਸਰਾ ਸਰਗੁਣ ਹੈ। ਇੱਕ ਚੋਲਾ ਹੈ, ਇੱਕ ਸਰੀਰ ਹੈ। ਇਸ ਚੋਲੇ, ਇਸ ਸਰੀਰ ਦੇ ਅੰਦਰ ਅਗੰਮੀ ਜੋਤ ਪਰਮਾਤਮਾ ਦੀ ਹੈ। ਔਰ ਜੋ ਗੁਰੂ ਪਰਮੇਸ਼ਰ ਨੂੰ ਭਾਉਂਦਾ ਹੈ ਉਹੀ ਹੋਵੇਗਾ। ਫਿਰ ਕਿਉਂ ਨਾ ਉਸ ਨੂੰ ਖੁਸ਼ ਕਰੀਏ, ਉਹਦੇ ਗੀਤ ਗਾਈਏ, ਸਾਡਾ ਜੀਵਨ ਸਫਲਾ ਹੋ ਸਕੇ। ਐਸੇ ਗੁਰੂ ਪਰਮੇਸ਼ਰ ਦੀ ਵਡਿਆਈ ਵਿੱਚ ਪੁਰਜ਼ੋਰ ਕਲਮ ਭਾਈ ਨੰਦ ਲਾਲ ਸਾਹਿਬ ਚਲਾਉਂਦੇ ਨੇ। ਆਨੰਦਾਂ ਦੀ ਪੁਰੀ ਦੀ ਪਾਕ ਧਰਤੀ 'ਤੇ ਫੁਰਮਾਨ ਕਰਦੇ ਨੇ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਜੀਓ ਸਤ। ਆਪਣੇ ਇਸ਼ਟ ਦਾ, ਅਕਾਲ ਪੁਰਖ ਦਾ ਮੰਗਲ ਕਰਦੇ ਨੇ। ਕਹਿੰਦੇ ਵਾਹਿਗੁਰੂ ਜੋ ਅਸਚਰਜ ਰੂਪ ਹੈ, ਜਿਹਦੀ ਉਸਤਤੀ, ਜਿਹਦੀ ਵਡਿਆਈ ਵਿੱਚ ਕੋਈ ਕਲਮ, ਕੋਈ ਗਲੂਆ ਐਸਾ ਨਹੀਂ ਬਣਿਆ ਜੋ ਅੰਤ ਪਾ ਸਕੇ। ਇੰਨਾ ਹੈਰਾਨ ਕੁਨ, ਇੰਨਾ ਅਸਚਰਜ ਸਰੂਪ ਹੈ, ਜਿਹਦੇ ਗੁਣ ਹੀ ਇੰਨੇ ਨੇ ਵੀ ਵਾਹ ਨਿਕਲਦਾ ਹੈ ਮੂੰਹੋਂ। ਗੁਰੂ ਗਿਆਨ ਬਖਸ਼ਦਾ ਹੈ, ਅਗਿਆਨ ਖਤਮ ਕਰਦਾ ਹੈ। ਜੀਓ ਉਹਦੀ ਰਿਸਪੈਕਟ ਕਰਦੇ ਨੇ, ਉਹਦਾ ਸਤਿਕਾਰ ਕਰਦੇ ਨੇ, ਕਿਉਂਕਿ ਉਹ ਸ਼੍ਰੋਮਣੀ ਹੈ। ਜੀ ਲਫ਼ਜ਼ ਵਰਤਦੇ ਨੇ ਉਹਦੇ ਲਈ। ਸਤ ਸਦੀਵੀ ਹੈ, ਆਦਿ ਕਾਲ ਤੋਂ ਹੈ। ਆਪਾਂ ਰਹੀਏ ਜਾਂ ਨਾ ਰਹੀਏ, ਰਹਿਣ ਵਾਲਾ ਹੈ। ਗੁਰੂ ਹਰਿਕ੍ਰਿਸ਼ਨ ਆਹਮਾ ਫਜ਼ਲੋ ਜ਼ੂਦ, ਹਕਸ਼ ਅਜ਼ਹਮਾ ਖਾਸ ਗਾਨ ਬਰਸ ਤੂਦ। ਕਹਿੰਦੇ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ, ਤੁਹਾਡਾ ਜਿਹੜਾ ਰੁਤਬਾ ਹੈ, ਤੁਸੀਂ ਕਿਰਪਾ ਦੇ ਖਜ਼ਾਨੇ ਹੋ, ਪੁੰਜ ਹੋ, ਮਿਹਰਾਂ ਦੇ ਪੁੰਜ ਹੋ, ਮਿਹਰਬਾਨੀਆਂ ਦੇ ਪੁੰਜ ਹੋ, ਖਜ਼ਾਨੇ ਹੋ ਤੁਸੀਂ। ਆਹ ਲਫ਼ਜ਼ ਵਰਤਿਆ ਹੈ, ਫਾਰਸੀ ਦਾ ਲਫ਼ਜ਼ ਹੈ। ਅਰਬੀ ਅਤੇ ਫਾਰਸੀ ਦੋਵਾਂ ਭਾਸ਼ਾਵਾਂ ਦਾ ਸੁਮੇਲ ਹੈ ਇਹ ਰਚਨਾ। ਆਹ ਦਾ ਭਾਵ ਹੈ ਉਹ। ਅੱਛਾ, ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੜ੍ਹੋ ਨਾ, ਉਹਦੇ ਵਿੱਚ ਬੜਾ ਜ਼ਿਕਰ ਅਰਬੀ ਅਤੇ ਫਾਰਸੀ ਦਾ ਆਉਂਦਾ ਹੈ। ਕਿਉਂਕਿ ਸਾਂਝੀਵਾਲਤਾ ਦਾ ਉਪਦੇਸ਼ ਸੀ। ਕਿਸੇ ਦੀ ਮਦਰ ਟੰਗ ਅਰਬੀ ਹੈ, ਫਾਰਸੀ ਹੈ, ਕਿਸੇ ਦੀ ਉਰਦੂ ਹੈ, ਕਿਸੇ ਦੀ ਪੰਜਾਬੀ ਹੈ, ਕੋਈ ਹਿੰਦੀ ਪੜ੍ਹਦਾ ਹੈ, ਕੋਈ ਸੰਸਕ੍ਰਿਤ ਪੜ੍ਹਦਾ ਹੈ, ਕਿਸੇ ਦੀ ਮਾਤ ਭਾਸ਼ਾ ਇੰਗਲਿਸ਼ ਹੈ। ਸੋ ਹਰ ਭਾਸ਼ਾ ਦੇ ਲਫ਼ਜ਼ ਬਾਣੀ ਦੇ ਵਿੱਚ ਆਉਂਦੇ ਨੇ। ਨਾ ਰਿਜ਼ਕ ਦਸਤ ਆਂ ਕਸੇ, ਲਫ਼ਜ਼ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਗੁਰੂ ਨਾਨਕ ਸਾਹਿਬ ਵਰਤਦੇ ਨੇ। ਵਾਰ ਮਾਝ ਦੇ ਵਿੱਚ ਪਰਸ਼ੀਅਨ ਵਰਤਦੇ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ। ਖੈਰ, ਹਮਾ ਤੋਂ ਭਾਵ ਹੈ, ਇਹ ਵੀ ਫਾਰਸੀ ਦਾ ਲਫ਼ਜ਼ ਹੈ, ਸਮੂਹ, ਸੰਪੂਰਨ, ਬਹੁਤਾਤ ਦੀ ਜਿਹੜੀ ਗਿਣਤੀ ਹੈ।
ਫਜ਼ਲੋ ਦਾ ਜਿਹੜਾ ਭਾਵ ਹੈ ਹੁੰਦਾ ਮਿਹਰਬਾਨੀ ਕਰਨੀ, ਕਿਰਪਾ ਕਰਨੀ। ਇਹ ਫਜ਼ਲ ਅਰਬੀ ਦਾ ਲਫ਼ਜ਼ ਹੈ। ਭਾਈ ਨੰਦ ਲਾਲ ਕਹਿੰਦੇ ਨੇ ਗੁਰੂ ਹਰਕ੍ਰਿਸ਼ਨ ਹਮਾ ਫਜ਼ਲੋ ਜੂਦ। ਜੂਦ ਵੀ ਉਧਾਰ ਚਿੱਤ ਨੂੰ ਕਹਿੰਦੇ ਨੇ, ਮਿਹਰਾਂ ਕਰਨ ਵਾਲੇ ਨੂੰ। ਐ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ, ਤੁਸੀਂ ਮਿਹਰਬਾਨੀਆਂ ਦੇ ਖਜ਼ਾਨੇ ਹੋ, ਕਿਰਪਾ ਦੇ ਖਜ਼ਾਨੇ ਹੋ, ਕਿਰਪਾ ਦਾ ਸਮੂਹ ਹੋ। ਸਭਨਾਂ 'ਤੇ ਹੀ ਕਿਰਪਾ ਕਰਦੇ ਹੋ ਤੁਸੀਂ। ਜਿਹੜਾ ਵੀ ਤੁਹਾਡੇ ਦਰ 'ਤੇ ਆਵੇ ਝੋਲੀਆਂ ਭਰਦੇ ਹੋ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵੀ ਇੱਦਾਂ ਹੀ ਕਹਿੰਦੇ ਨੇ, ਸਤਿਗੁਰ ਪੂਰ ਜਨਹ ਕੀ ਆਸਾ। ਜਿੰਨੇ ਵੀ ਪਿਆਰੇ ਸਤਿਗੁਰੂ ਦੇ ਦਰ 'ਤੇ ਆਉਂਦੇ ਨੇ, ਹੀ ਫੁਲਫਿਲਸ ਦਾ ਹੋਪਸ ਆਫ ਹਿਸ ਸਰਵੈਂਟਸ। ਆਪਣੇ ਸੇਵਕਾਂ ਦੀ ਮਨ ਦੀ ਇੱਛਾ ਪੂਰੀ ਕਰਦਾ ਹੈ। ਜੋ ਵੀ ਉਹਦੇ ਦਰ 'ਤੇ ਆ ਜਾਵੇ ਉਹਦਾ ਸੇਵਕ ਬਣ ਜਾਵੇ। ਕਹਿੰਦੇ ਸਰਗੁਣ ਸਰੂਪ ਵਿੱਚ ਵੀ ਪੂਰੀ ਕਰ ਰਿਹਾ ਹੈ। ਆਦਿ ਕਾਲ ਵਿੱਚ ਜਦੋਂ ਨਿਰਗੁਣ ਸਰੂਪ ਸੀ, ਉਦੋਂ ਵੀ ਇੱਛਾਵਾਂ ਦੀ ਪੂਰਤੀ ਕਰਦਾ ਸੀ, ਰੱਖਿਆ ਕਰਦਾ ਸੀ, ਝੋਲੀਆਂ ਭਰਦਾ ਸੀ। ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਉੱਥੇ ਆਉਂਦਾ, ਸ੍ਰੀ ਗੁਰੂ ਸਾਹਿਬ ਸਭ ਉੱਪਰ, ਕਰੀ ਕਿਰਪਾ ਸਤ ਜੁਗ ਜਿਨ ਧਰੂਪਰ। ਜਨਾਂ ਦੀ ਆਸਾ ਦੀ ਪੂਰਤੀ, ਜੋ ਜਨਾਂ ਦੀ ਪਿਆਰਿਆਂ ਦੀ ਇੱਛਾ ਹੋਵੇ। ਪਿਛਲੇ ਸਮੇਂ ਝਾਤ ਮਾਰੋ ਸਤਿਯੁਗ ਵਿੱਚ ਤੇ ਧਰੂ ਜੀ ਦੀ ਆਸਾ ਪੂਰਤੀ ਕੀਤੀ। ਰਾਜ ਭਾਗ ਚਾਹੁੰਦੇ ਸਨ, ਬੰਦਗੀ ਕੀਤੀ, ਮਿਲ ਗਿਆ। ਕਹਿੰਦੇ ਸ੍ਰੀ ਪ੍ਰਹਿਲਾਦ ਭਗਤ ਉਧਰਿਯੰ ਹਸਤ ਕਮਲ ਮਾਥੇ ਪਰ ਧਰਿਯੰ। ਹਰਨਾਕਸ਼ ਮਾਰਨਾ ਚਾਹੁੰਦਾ ਹੈ ਲਖਤੇ ਜਿਗਰ ਨੂੰ, ਪ੍ਰਹਿਲਾਦ ਜੀ ਨੂੰ। ਹਰਨਾਕਸ਼ ਦਾ ਖੁਰਾ ਖੋਜ ਮਿਟਾ ਕੇ ਪ੍ਰਹਿਲਾਦ ਦੀ ਰੱਖਿਆ ਕੀਤੀ। ਭਾਵ ਜਿਹੜਾ ਵੀ ਚਰਨਾਂ ਵਿੱਚ ਅਰਦਾਸ ਬੇਨਤੀ ਕਰੇ, ਅਕਾਲ ਪੁਰਖ ਗੁਰੂ ਪਰਮੇਸ਼ਰ ਆਪਣਾ ਹਸਤ ਉਹਦੇ ਸਿਰ 'ਤੇ ਰੱਖ ਦਿੰਦੇ ਨੇ, ਕਿਰਪਾ ਉਹਦੇ 'ਤੇ ਕਰ ਦਿੰਦੇ ਨੇ। ਕਹਿੰਦੇ ਤੂੰ ਤਰਨਾ ਚਾਹੁੰਦਾ ਹੈ, ਤੂੰ ਚਾਹੁੰਦਾ ਹੈ ਤੇਰੇ 'ਤੇ ਗੁਰੂ ਮਿਹਰ ਕਰੇ। ਗੁਰ ਕੇ ਬਚਨ ਸਤ ਜੀਅ ਧਾਰੋ, ਮਾਨਸ ਜਨਮ ਦੇਹ ਨਿਸਤਾਰੋ। ਚਾਹੁੰਦਾ ਹੈ ਭਵਸਾਗਰ ਤੋਂ ਪਾਰ ਹੋਵੇਂ ਤੇ ਗੁਰੂ ਦੇ ਬਚਨ ਹਿਰਦੇ 'ਚ ਵਸਾ। ਗੁਰੂ ਗੁਰੂ ਜਪਿਆ ਕਰ, ਉਹ ਮਿਹਰਾਂ ਦਾ ਪੁੰਜ ਹੈ, ਤੇਰੇ 'ਤੇ ਕਿਰਪਾ ਕਰੇਗਾ। ਔਰ ਗੁਰੂ ਗ੍ਰੰਥ ਸਾਹਿਬ ਨੇ ਤੇ ਇੱਕ ਗੱਲ ਸਾਫ਼ ਕਰ ਦਿੱਤੀ ਹੈ, ਜਿਵੇਂ ਸਮੁੰਦਰ ਨੂੰ ਤਰਨ ਦੇ ਲਈ ਜਹਾਜ਼ ਜ਼ਰੂਰੀ ਹੈ। ਤੈਰ ਕੇ ਨਹੀਂ ਸਮੁੰਦਰ ਲੰਘਿਆ ਜਾ ਸਕਦਾ, ਡੂੰਘਾ ਬੜਾ ਹੈ, ਛੱਲਾਂ ਬੜੀਆਂ ਦੁਖਦਾਇਕ ਨੇ, ਮਸ਼ਕਸ਼ ਉਹਦੇ ਵਿੱਚ ਬੜੇ ਨੇ। ਇਹ ਸੰਸਾਰ ਦੁੱਖਾਂ ਦਾ ਸਾਗਰ ਹੈ, ਦੁੱਖਾਂ ਦੀਆਂ ਛੱਲਾਂ ਨੇ। ਵਿਕਾਰ ਰੂਪੀ ਮਛ ਮਗਰਮਛ ਕਾਮ ਕ੍ਰੋਧ ਲੋਭ ਮੋਹ, ਪਤਾ ਨਹੀਂ ਕਦੋਂ ਤੈਨੂੰ ਨਿਗਲ ਜਾਣ, ਕਦੋਂ ਤੂੰ ਤਿਲਕ ਜਾਵੇਂ, ਕਦੋਂ ਤੇਰਾ ਜੀਵਨ ਮਿੱਟੀ ਹੋ ਜਾਵੇ। ਕਹਿੰਦੇ ਸਾਗਰ ਸੰਸਾਰ ਤੋਂ ਲੰਘਣ ਦੇ ਲਈ ਗੁਰ ਜਹਾਜ਼। ਖੇਵਟ ਗੁਰੂ ਗੁਰ ਬਿਨ ਤਰਿਆ ਨਾ ਕੋਏ, ਗੁਰ ਪ੍ਰਸਾਦ ਪ੍ਰਭ ਪਾਈਐ, ਗੁਰ ਬਿਨ ਮੁਕਤ ਨਾ ਹੋਏ। ਗੁਰੂ ਤੋਂ ਬਿਨਾਂ ਭਵਸਾਗਰ ਨੂੰ ਤਰਨਾ ਔਖਾ ਹੈ, ਦੁੱਖਾਂ ਦੀਆਂ ਛੱਲਾਂ ਦਾ ਮੁਕਾਬਲਾ ਕਰਨਾ ਔਖਾ ਹੈ। ਗੁਰੂ ਹੀ ਅਕਾਲ ਪੁਰਖ ਨਿਰਗੁਣ ਸਰੂਪ ਆਪਣੇ ਦੀ ਤੁਹਾਨੂੰ ਬਖਸ਼ਿਸ਼ ਕਰਨ ਵਾਲਾ ਹੈ, ਦਿਦਾਰੇ ਕਰਵਾਉਣ ਵਾਲਾ ਹੈ। ਗੁਰੂ ਜਹਾਜ਼ ਹੈ, ਮਿਹਰਬਾਨੀਆਂ ਦਾ ਖਜ਼ਾਨਾ ਹੈ, ਕਿਰਪਾ ਦਾ ਖਜ਼ਾਨਾ ਹੈ, ਝੋਲੀਆਂ ਭਰਨ ਵਾਲਾ ਹੈ। ਸੋ ਹਰ ਯੁੱਗ ਦੇ ਵਿੱਚ ਉਹੀ ਕਿਰਪਾ ਕਰਨ ਵਾਲਾ ਹੈ। ਇਸ ਭਿਅੰਕਰ ਸਮੇਂ ਅੰਦਰ ਗੁਰੂ ਨਾਨਕ ਗੁਰੂ ਹਰਕ੍ਰਿਸ਼ਨ ਦਸੋਂ ਪਾਤਸ਼ਾਹੀਆਂ ਦੇ ਸਰੂਪ ਵਿੱਚ ਹੈ। ਸ਼ਬਦ ਸਰੂਪ ਉਹਦਾ ਗੁਰੂ ਗ੍ਰੰਥ ਸਾਹਿਬ ਨੇ। ਨਿਰਗੁਣ ਤੌਰ 'ਤੇ ਹਰ ਜ਼ਰੇ ਵਿੱਚ ਉਹ ਸਮਾਇਆ ਹੋਇਆ ਹੈ, ਜੋਤ ਸਰੂਪ ਹੈ। ਸੋ ਕਿਸੇ ਰੂਪ 'ਚ ਵੀ ਉਹਨੂੰ ਧਿਆ ਲਓ। ਨਿਰਗੁਣ ਦੇ ਗੀਤ ਗਾ ਲਓ, ਸਰਗੁਣ ਦੇ ਗੀਤ ਗਾ ਲਓ, ਜਾਂ ਸ਼ਬਦ ਸਰੂਪ ਦੇ ਗੀਤ ਗਾ ਲਓ। ਮੁੱਕਦੀ ਗੱਲ ਇਹ ਹੈ, ਉਹ ਤੁਹਾਡੇ ਮਨ ਦੀਆਂ ਆਸ਼ਾਵਾਂ ਦੀ ਪੂਰਤੀ ਕਰੇਗਾ। ਸਤਿਗੁਰ ਪੂਰ ਜਨਹ ਕੀ ਆਸਾ। ਸੋ ਮਹਾਰਾਜ ਭਾਈ ਨੰਦ ਲਾਲ ਜੀ ਕਹਿੰਦੇ ਮਿਹਰਬਾਨੀਆਂ ਦੇ, ਕਿਰਪਾ ਦੇ ਪੁੰਜ ਨੇ, ਖਜ਼ਾਨੇ ਨੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ।
ਅੱਗੇ ਕਹਿੰਦੇ ਨੇ ਹਕਸ਼ ਅਜ਼ਹਮਾ ਖਾਸ ਗਾਂ ਬਰਸਤੂਦ। ਇੱਥੇ ਲਫ਼ਜ਼ ਵਰਤਿਆ ਹੈ ਹਕਸ਼, ਪਦਛੇਦ ਕਰ ਲਓ, ਹਕ ਅਸ਼। ਹਕ ਕਹਿੰਦੇ ਨੇ ਸੱਤਿਆ ਨੂੰ, ਰੱਬ ਨੂੰ। ਅਸ਼ ਤੋਂ ਭਾਵ ਹੈ ਉਹਨਾਂ ਨੂੰ। ਅਜ਼ ਦਾ ਮਤਲਬ ਹੈ ਉਹਨਾਂ ਤੋਂ। ਅੱਗੇ ਮਹਾਰਾਜ ਭਾਈ ਨੰਦ ਲਾਲ ਕਹਿੰਦੇ ਨੇ ਹਮਾ। ਹਮਾ ਲਫ਼ਜ਼ ਫਾਰਸੀ ਦਾ ਹੈ, ਸੰਪੂਰਨ ਨੂੰ ਕਹਿੰਦੇ ਨੇ, ਸਾਰੇ ਨੂੰ, ਸਭਾ ਨੂੰ, ਤਮਾਮ ਨੂੰ। ਖਾਸ ਗਾਂ, ਹੁਣ ਜਿਹੜਾ ਖਾਸ ਲਫ਼ਜ਼ ਹੈ ਨਾ, ਇਹ ਅਰਬੀ ਦਾ ਲਫ਼ਜ਼ ਹੈ। ਖਾਸ ਦਾ ਮਤਲਬ ਹੁੰਦਾ ਮੁੱਖ ਤੌਰ 'ਤੇ, ਪ੍ਰਧਾਨ, ਵਿਸ਼ੇਸ਼ ਜਿਹੜਾ ਹੈ। ਜਿਹੜਾ ਗਾਨ ਲਫ਼ਜ਼ ਹੈ ਇਹ ਲੋਕਾਈ ਲਈ ਹੈ, ਲੋਕਾਂ ਲਈ ਹੈ, ਜੋ ਯੋਗ ਹੈ, ਲਾਇਕ ਹੈ, ਪ੍ਰਧਾਨ ਲੋਕ ਜਿਹੜੇ ਨੇ। ਬਰ ਸਤੂਦ, ਵਡਿਆਈ, ਉਸਤਤੀ। ਇਹ ਤੇ ਅਲਫਾਜ਼ਾਂ ਦੇ ਅਰਥ ਹੋ ਗਏ। ਭਾਈ ਨੰਦ ਲਾਲ ਗੁਰੂ ਕੀ ਵਡਿਆਈ ਵਿੱਚ ਕਹਿੰਦੇ ਨੇ, ਜਿੰਨੇ ਵੀ ਪਰਮਾਤਮਾ ਦੇ ਦਰ 'ਤੇ ਪ੍ਰਧਾਨ ਲੋਕ ਨੇ ਨਾ, ਖਾਸ ਲੋਕ ਨੇ, ਮਹਾਂਪੁਰਸ਼, ਦੇਵੀ ਦੇਵਤੇ, ਪਰਮਾਤਮਾ ਦੇ ਗੀਤ ਗਾਉਣ ਵਾਲੇ, ਜੋ ਮਨੁੱਖਤਾ 'ਚੋਂ ਉੱਚੇ ਉੱਠੇ ਨੇ ਬੰਦਗੀ ਕਰਕੇ, ਪਰਮਾਤਮਾ ਉਹਨਾਂ ਨੂੰ ਹੁਕਮ ਕਰਕੇ ਆਪਣੇ ਸਰਗੁਣ ਸਰੂਪ ਗੁਰੂ ਨਾਨਕ, ਗੁਰੂ ਹਰਕ੍ਰਿਸ਼ਨ ਦੀ ਵਡਿਆਈ ਕਰਵਾਉਂਦਾ ਹੈ। ਖੁਸ਼ੀ ਮਨਾਉਂਦਾ ਹੈ ਵੀ ਮੇਰੇ ਸਰਗੁਣ ਦੇ ਗੀਤ ਗਾਓ। ਕਲਗੀਧਰ ਪਾਤਸ਼ਾਹ ਨੇ ਕਿੱਡਾ ਸੁੰਦਰ ਲਿਖਿਆ ਹੈ ਬਚਿੱਤਰ ਨਾਟਕ ਵਿੱਚ। ਕਹਿੰਦੇ ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਸੀਸ ਦਿੱਤਾ ਹੈ ਨਾ, ਸਨਾਤਨ ਮਤ ਨੂੰ ਰੱਖਿਆ, ਜੰਜੂ ਨੂੰ ਰੱਖਿਆ, ਇਨਸਾਨੀਅਤ ਨੂੰ ਰੱਖਿਆ ਹੈ। ਕਹਿੰਦੇ ਪਰਮ ਈਸ਼ਵਰ ਨੇ, ਨਿਰਗੁਣ ਸਰੂਪ ਨੇ ਜੈ ਜੈਕਾਰ ਦੇਵਲੋਕ ਤੱਕ ਕਰਵਾਈ। ਦੇਵਤਿਆਂ ਵੀ ਗੀਤ ਗਾਏ ਗੁਰੂ ਤੇਗ ਬਹਾਦਰ ਸਾਹਿਬ ਦੇ। ਹੈ ਸਭ ਜਗ ਭਇਓ, ਜੈ 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 ਸੁਰਲੋਕ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵੀ ਕਹਿੰਦੇ ਨੇ ਵੀ ਸਭ ਦੇਵੀ ਦੇਵਤਿਆਂ ਕੋਲੋਂ ਪਰਮ ਈਸ਼ਵਰ ਆਪਣੇ ਸਰਗੁਣ ਸਰੂਪ ਦੀ ਮਹਿਮਾ ਕਰਵਾਉਂਦਾ ਹੈ। ਬਾਣੀ ਦਾ ਫੁਰਮਾਨ ਹੈ, ਗਾਵਹਿ ਕਪਿਲਾਦ ਆਦ ਜੋਗੇਸਰ, ਅਪਰੰਪਰ ਅਵਤਾਰ ਵਰੋ। ਕਹਿੰਦੇ ਦੁਨੀਆ ਦੇ ਉੱਤੇ ਕਪਿਲ ਆਦਿਕ ਜਿੰਨੇ ਵੀ ਰਿਸ਼ੀ ਮੁਨੀ ਨੇ, ਮਹਾਂਪੁਰਸ਼ ਨੇ, ਪੁਰਾਤਨ ਵੱਡੇ ਵੱਡੇ ਜੋ ਜੋਗੀ ਜਨ ਨੇ, ਜੋ ਪਰਮਾਤਮਾ ਦੇ ਭੇਜੇ ਹੋਏ ਸ਼੍ਰੋਮਣੀ ਅਵਤਾਰ ਨੇ, ਜਿੰਨੇ ਵੀ ਦੁਨੀਆ ਦੇ ਉੱਤੇ ਅਵਤਾਰ ਆਏ ਨੇ, ਸਾਰੇ ਗੁਰੂ ਨਾਨਕ ਦੇ ਘਰ ਨੂੰ ਗਾਉਂਦੇ ਨੇ, ਉਹਦੇ ਗੀਤ ਗਾ ਰਹੇ ਨੇ। ਗਾਵੈ ਜਮਦਾਗਨ ਪਰਸਰਾਮੇਸ਼ੁਰ, ਕਰ ਕੁਠਾਰ ਰੁਗ ਤੇਜ ਹਰਿਓ। ਪਰਸਰਾਮ ਵਰਗੇ ਮਹਾਂਪੁਰਸ਼ ਵੀ ਉਹਦੇ ਗੀਤ ਗਾਉਂਦੇ ਨੇ, ਜਿਹਦੇ ਕੋਲੋਂ ਰਾਮ ਚੰਦਰ ਜੀ ਨੇ ਕੁਹਾੜਾ ਖੋਹ ਲਿਆ ਸੀ। ਰਾਮ ਚੰਦਰ ਜੀ ਮਹਾਂਪੁਰਸ਼, ਐਸੇ ਜਿਤਨੇ ਵੀ ਅਵਤਾਰ ਨੇ, ਗੁਰੂ ਪਰਮੇਸ਼ਰ ਦੇ ਗੀਤ ਗਾਉਂਦੇ ਨੇ। ਉਧਉ ਅਕਰੂਰ ਬਿਦਰ ਗੁਣ ਗਾਵੈ, ਸਰਬਾਤਮ ਜਿਨ ਜਾਣਿਓ, ਕਬ ਕਲ ਸੁਜਸ ਗਾਵੋ। ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ। ਗੁਰੂ ਨਾਨਕ ਸਾਹਿਬ ਦੀ ਵਡਿਆਈ, ਗੁਰੂ ਨਾਨਕ ਦੇ ਘਰ ਦੀ ਮਹਿਮਾ, ਗੁਰੂ ਹਰਕ੍ਰਿਸ਼ਨ ਦੇ ਗੀਤ ਸਾਰੇ ਹੀ ਗਾਉਂਦੇ ਨੇ। ਔਰ ਇੰਨੀ ਕੁ ਵਡਿਆਈ ਹੈ, ਕਹਿੰਦੇ ਸਤਿਗੁਰ ਕੀ ਵਡਿਆਈ ਨਿਤ ਚੜ੍ਹੈ ਸਵਾਈ, ਹਰ ਕੀਰਤ ਭਗਤ ਨਿਤ ਆਪ ਕਰਾਏ। ਪਰਮਾਤਮਾ ਆਪ ਆਪਣੇ ਸਰਗੁਣ ਸਰੂਪ ਸਤਿਗੁਰੂ ਦੀ ਵਡਿਆਈ ਕਰਵਾਉਂਦਾ ਹੈ, ਜਿਹੜੀ ਨਿਤ ਵੱਧਦੀ ਜਾ ਰਹੀ ਹੈ, ਘਟ ਨਹੀਂ ਰਹੀ। ਤੁਸੀਂ ਗੁਰੂ ਦੇ ਦਰ 'ਤੇ ਸੰਗਤਾਂ ਵੇਖੋ, ਵੱਧਦੀਆਂ ਹੀ ਨੇ। ਜੈ ਜੈਕਾਰ ਗੁਰਾਂ ਦੀ ਵੱਧਦੀ ਹੈ, ਘਟ ਨਹੀਂ ਰਹੀ। ਕਿਉਂ ਜੀ? ਕਿਉਂਕਿ ਆਪ ਅਕਾਲ ਪੁਰਖ ਪਰਮਾਤਮਾ ਵਡਿਆਈ ਕਰਵਾਉਂਦਾ ਹੈ ਆਪਣੇ ਖਾਸ ਲੋਕਾਂ ਪਾਸੋਂ, ਮਹਾਂਪੁਰਸ਼ਾਂ ਪਾਸੋਂ ਵੀ ਆਪਣਾ ਜਸ ਪਾਤਸ਼ਾਹ ਆਪ ਕਰਵਾਉਂਦੇ ਨੇ। ਅੱਗੇ ਫੁਰਮਾਨ ਕਰਦੇ ਨੇ, ਮਿਆਨੇ ਹੱਕ ਵਾ ਓ ਫਸਾਲੁਲ ਵਰਖ।
ਵਜੂਦਸ਼ ਹਮਾ ਫਜ਼ਲੋ ਅਫਜ਼ਾਲੇ ਹੱਕ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਇੱਥੇ ਅਲਫਾਜ਼ ਵਰਤਿਆ ਹੈ ਮਿਆਨੇ। ਮਿਆਨ ਭੀਤਰ ਨੂੰ ਕਹਿੰਦੇ ਨੇ, ਅੰਦਰ ਨੂੰ, ਫਾਰਸੀ ਦਾ ਲਫ਼ਜ਼ ਹੈ। ਜਿਵੇਂ ਆਪਾਂ ਕਹਿੰਦੇ ਨਾ ਤਲਵਾਰ ਦਾ ਮਿਆਨ ਹੈ, ਤਲਵਾਰ ਉਹਦੇ ਭੀਤਰ ਪਾਈ ਜਾਂਦੀ ਹੈ। ਅੱਛਾ, ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹ ਲਫ਼ਜ਼ ਆਉਂਦਾ ਹੈ, ਆਪੇ ਨੇੜੇ ਦੂਰ ਆਪੇ ਹੀ ਆਪੇ ਮੰਝ ਮਿਆਨੋ। ਫਾਰਸੀ ਦਾ ਇਹ ਲਫ਼ਜ਼ ਸ਼੍ਰੀ ਰਾਗ ਅੰਦਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਵੀ ਵਰਤਿਆ ਹੈ। ਸੋ ਮਿਆਨ ਦਾ ਮਤਲਬ ਹੈ ਵਿੱਚ, ਭੀਤਰ। ਹੱਕ ਦਾ ਭਾਵ ਹੈ ਰੱਬ। ਵਾਹ ਦਾ ਮਤਲਬ ਹੈ ਅਤੇ ਉਹਦਾ ਜਿਹੜਾ ਭਾਵ ਹੈ ਉਹਨਾਂ ਦਾ। ਕਹਿੰਦੇ ਨੇ ਹੱਕ ਜੋ ਸਤਿ ਹੈ, ਜੋ ਪਰਮ ਈਸ਼ਵਰ ਹੈ, ਪਰਮਾਤਮਾ ਹੈ। ਹੱਕ ਹੁਕਮ ਸੱਚ ਖੁਦਾਇਆ। ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਉਂਦਾ ਹੈ। ਗੁਰੂ ਅਰਜਨ ਸਾਹਿਬ ਵਰਤਦੇ ਨੇ ਇਹ ਲਫ਼ਜ਼ ਹੱਕ। ਭਾਵ ਸਭ ਭਾਸ਼ਾ ਦੇ ਗਿਆਤਾ ਗੁਰੂ ਪਾਤਸ਼ਾਹੀਆਂ ਨੇ, ਸਮਰੱਥ ਨੇ ਨਾ, ਸਿੱਖਣ ਦੀ ਲੋੜ ਨਹੀਂ। ਪਰਮ ਈਸ਼ਵਰ ਦਾ ਸਰੂਪ ਨੇ ਜੋ ਇਲਮ ਨੂੰ, ਭਾਸ਼ਾਵਾਂ ਨੂੰ ਬਣਾਉਣ ਵਾਲਾ ਹੈ। ਤੁਹਾਡੇ ਸਾਡੇ ਨਿਆਣਿਆਂ ਵਾਂਗੂ ਸਕੂਲੇ ਪੜ੍ਹਨ ਦੀ ਲੋੜ ਨਹੀਂ ਹੈ ਗੁਰੂ ਪਾਤਸ਼ਾਹ ਨੂੰ। ਗੁਰ ਸਮਰੱਥ, ਗੁਰ ਨਿਰੰਕਾਰ, ਗੁਰ ਉੱਚਾ ਅਗਮ ਅਪਾਰ। ਉਹ ਬੜਾ ਉੱਚਾ ਹੈ, ਅਕਾਲ ਪੁਰਖ ਹੈ। ਉਹਨੂੰ ਸਿੱਖਣਾ ਨਹੀਂ ਪੈਂਦਾ, ਸਿਖਾਉਣ ਵਾਲਾ ਹੈ ਉਹ। ਤਾਂ ਹੀ ਉਹਦੇ ਨਾਲ ਗੁਰੂ ਲਫ਼ਜ਼ ਲੱਗਾ ਹੈ, ਸਤਿਗੁਰੂ। ਜੇ ਸਿੱਖਣਾ ਪਵੇ ਤਾਂ ਉਹ ਗੁਰੂ ਕਾਹਦਾ ਹੈ। ਸੋ ਜਿੰਨੇ ਵੀ ਅਵਤਾਰ ਮਹਾਂਪੁਰਸ਼ ਨੇ ਉਹਨਾਂ ਨੂੰ ਸਿੱਖਣਾ ਹੀ ਪੈਂਦਾ ਹੈ, ਲੋਕਾਈ ਨੂੰ ਸਿੱਖਣਾ ਪੈਂਦਾ ਹੈ। ਪਰ ਜਿਹੜਾ ਗੁਰੂ ਹੈ ਨਾ, ਉਹ ਸਿਖਾਉਣ ਆਉਂਦਾ ਹੈ ਦੁਨੀਆ ਨੂੰ। ਸੋ ਮਹਾਰਾਜ ਬਾਣੀ ਵਿੱਚ ਵੀ ਐਸੇ ਲਫ਼ਜ਼ ਵਰਤਦੇ ਨੇ। ਅੱਗੇ ਹੈ ਫਸਾਲ ਉਲ ਵਰਕ। ਜਿਹੜਾ ਫਸਾਲ ਲਫ਼ਜ਼ ਹੈ ਨਾ, ਫਜ਼ਾਲ ਦਾ ਭਾਵ ਹੁੰਦਾ ਹੈ। ਮਹਾਰਾਜ ਭਾਈ ਨੰਦ ਲਾਲ ਜੀ ਇੱਥੇ ਲਫ਼ਜ਼ ਵਰਤਦੇ ਨੇ ਫਰਕ। ਫਰਕ ਜਿਹੜਾ ਮਤਲਬ ਆਪਾਂ ਕਹਿ ਦਿੰਦੇ ਨਾ, ਤੇਰੇ ਮੇਰੇ ਵਿੱਚ ਕੋਈ ਫਰਕ ਨਹੀਂ ਹੈ, ਇੱਦਾਂ ਅਰਥ ਲੈਣਾ ਹੈ। ਨਾਲ ਹੈ ਉਲ, ਇਹ ਕਿਰਿਆ ਵਿਸ਼ੇਸ਼ਣ ਹੈ, ਇਹਦਾ ਕੋਈ ਅਰਥ ਨਹੀਂ ਹੈ। ਵਰਕ ਪੇਜ ਨੂੰ ਕਹਿੰਦੇ ਨੇ, ਵਰਕੇ ਨੂੰ ਕਹਿੰਦੇ ਨੇ, ਰੁੱਖ ਦੇ ਪੱਤੇ ਨੂੰ ਕਹਿੰਦੇ ਨੇ, ਬਿਰਛ ਦਾ ਜੋ ਪੱਤਾ ਹੈ, ਕਾਗਜ਼ ਦੇ ਟੁਕੜੇ ਨੂੰ। ਹੁਣ ਇਹਦੇ ਅਰਥ ਸਮਝਿਓ ਕੈਸੇ ਆਨੰਦਮਈ ਨੇ। ਭਾਈ ਨੰਦ ਲਾਲ ਕਹਿੰਦੇ, ਐ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ, ਤੇਰੇ ਤੇ ਪਰਮਾਤਮਾ ਵਿੱਚ ਸਿਰਫ ਇੱਕ ਵਰਕੇ ਦਾ ਹੀ ਫਰਕ ਹੈ। ਹੁਣ ਵਰਕੇ ਤੋਂ ਭਾਵ ਕੀ ਹੈ? ਇਹ ਸਰੀਰ, ਭਾਵ ਉਹ ਜੋਤ ਹੈ, ਤੇ ਤੂੰ ਗੁਰੂ ਹਰਿਕ੍ਰਿਸ਼ਨ ਉਹ ਮੁਜਸਮਾ ਹੈ, ਉਹ ਸਰੀਰ ਹੈ ਜੋ ਪਰਮਾਤਮਾ ਨੇ ਆਪਣੇ ਰਹਿਣ ਲਈ ਸਾਜਿਆ ਹੈ। ਤੇਰੇ ਤੇ ਪਰਮ ਈਸ਼ਵਰ ਦੇ ਵਿੱਚ ਸਿਰਫ ਇੰਨਾ ਹੀ ਫਰਕ ਹੈ। ਉਹ ਨਿਰਗੁਣ ਹੈ, ਤੂੰ ਸਰਗੁਣ ਹੈ। ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਨੇ ਨਾ, ਨਿਰੰਕਾਰ ਆਕਾਰ ਆਪ, ਨਿਰਗੁਣ ਸਰਗੁਣ ਏਕ। ਉਹ ਆਪ ਹੀ ਨਿਰਆਕਾਰ ਹੈ, ਆਪ ਹੀ ਸਰੀਰ ਧਾਰਦਾ ਹੈ, ਸਰਗੁਣ ਸਰੂਪ ਹੈ। ਦੋਵੇਂ ਇੱਕ ਨੇ, ਸੋ ਫਰਕ ਨਹੀਂ ਸਮਝਣਾ। ਸੋ ਭਾਈ ਸਾਹਿਬ ਭਾਈ ਨੰਦ ਲਾਲ ਜੀ ਇੱਥੇ ਪਰਮਾਤਮਾ ਅਤੇ ਅਕਾਲ ਪੁਰਖ ਦੀ ਹਸਤੀ ਨੂੰ ਇੱਕ ਦਰਸਾਉਂਦੇ ਨੇ। ਗੁਰ ਸੁਖ ਦਾਤਾ, ਗੁਰ ਕਰਤਾਰ। ਗੁਰੂ ਹੀ ਸੁਖ ਦੇਣ ਵਾਲਾ ਹੈ, ਗੁਰੂ ਹੀ ਪਰਮ ਈਸ਼ਵਰ ਹੈ। ਗੁਰੂ ਇਜ਼ ਦਾ ਕ੍ਰੀਏਟਰ, ਗੁਰੂ ਇਜ਼ ਦਾ ਗਿਵਰ। there is no difference between Guru Harkrishan and that transcendent Lord। ਖੁਦਾ ਵਿੱਚ ਤੇ ਗੁਰੂ ਹਰਿਕ੍ਰਿਸ਼ਨ ਵਿੱਚ ਫਰਕ ਨਹੀਂ ਹੈ, ਇਸ ਗੱਲ ਨੂੰ ਸਮਝ ਲਾ। ਅਗਲੇ ਲਫ਼ਜ਼ ਨੇ ਵਜੂਦਸ਼ ਹਮਾ ਫਜ਼ਲੋ ਅਫਜ਼ਾਲੇ ਹੱਕ। ਭਾਈ ਨੰਦ ਲਾਲ ਜੀ ਇੱਥੇ ਲਫ਼ਜ਼ ਵਰਤਦੇ ਨੇ ਵਜੂਦਸ਼। ਪਦ ਛੇਦ ਕਰ ਲਓ, ਵਜੂਦ ਅਸ਼। ਵਜੂਦ ਦਾ ਮਤਲਬ ਹੋਂਦ ਤੋਂ ਹੈ, ਸਰੀਰ ਤੋਂ ਹੈ, ਦੇਹ ਤੋਂ ਹੈ, ਪੈਦਾਇਸ਼ ਤੋਂ ਹੈ, ਨੀਂਵ ਤੋਂ ਹੈ। ਜਿਵੇਂ ਮਹਿਲਾਂ ਦੇ ਵਜੂਦ ਹੁੰਦਾ ਹੈ ਨਾ, ਨੀਂਹ ਹੁੰਦੀ ਹੈ, ਨੀਂਹ ਕਹਿ ਦਿੰਦੇ ਜਿਹਨੂੰ ਆਪਾਂ।
ਅਸ਼ ਦਾ ਮਤਲਬ ਹੈ ਉਹਨਾਂ ਦਾ। ਭਾਈ ਨੰਦ ਲਾਲ ਕਹਿੰਦੇ ਨੇ ਹਮਾ ਸੰਪੂਰਨ, ਸਾਰੇ ਦਾ ਸਾਰਾ, ਫਜ਼ਲ, ਫਜ਼ਲੋ ਲਫ਼ਜ਼ ਵਰਤਿਆ ਫਜ਼ਲ ਲਈ, ਮਿਹਰਬਾਨੀਆਂ, ਕਿਰਪਾ, ਮਿਹਰ, ਅਫਜ਼ਾਲੇ, ਅਫਜ਼ਾਲੇ ਦਾ ਵੀ ਜਿਹੜਾ ਭਾਵ ਹੈ, ਇਸ ਗੱਲ ਨੂੰ ਸਮਝਿਓ, ਜਿਹੜਾ ਅਫਜ਼ਾਲ ਲਫ਼ਜ਼ ਹੈ ਉਹ ਭਾਈ ਨੰਦ ਲਾਲ ਜੀ ਵੀ ਮਿਹਰਾਂ ਬਾਬਤ ਵਰਤਦੇ ਨੇ। ਹੱਕ ਰੱਬ ਨੂੰ ਕਿਹਾ ਗਿਆ ਹੈ। ਸੋ ਭਾਈ ਨੰਦ ਲਾਲ ਕਹਿੰਦੇ ਨੇ ਨਿਰਗੁਣ ਅਤੇ ਸਰਗੁਣ ਸਰੂਪ ਇੱਕ ਨੇ, ਕਿਉਂਕਿ ਪਰਮਾਤਮਾ ਦੇ ਨੂਰ ਤੋਂ, ਬਰਕਤ ਤੋਂ ਸਾਰੇ ਦਾ ਸਾਰਾ ਗੁਰੂ ਹਰਿਕ੍ਰਿਸ਼ਨ ਮਹਾਰਾਜ ਦਾ ਵਜੂਦ ਬਣਿਆ ਹੈ। ਅਕਾਲ ਪੁਰਖ ਦੀਆਂ ਮਿਹਰਬਾਨੀਆਂ, ਮਿਹਰਾਂ ਨਾਲ ਇਹ ਢਾਂਚਾ, ਇਹ ਸਰੀਰ ਬਣਿਆ ਹੈ, ਜੋ ਅਕਾਲ ਪੁਰਖ ਨੇ ਆਪ ਗੁਰੂ ਨਾਨਕ ਦੀ ਜੋਤ ਨੂੰ ਟਿਕਾਉਣ ਲਈ, ਆਪਣੀ ਜੋਤ ਨੂੰ ਟਿਕਾਉਣ ਲਈ ਹੋਂਦ ਵਿੱਚ ਲੈ ਕੇ ਆਂਦਾ ਹੈ। ਸੋ ਭਾਈ ਨੰਦ ਲਾਲ ਕਹਿੰਦੇ ਨੇ ਇਸ ਕਰਕੇ ਅਕਾਲ ਪੁਰਖ ਤੇ ਪਰਮਾਤਮਾ ਵਿੱਚ, ਨਿਰਗੁਣ ਅਤੇ ਸਰਗੁਣ ਵਿੱਚ ਤੁਸੀਂ ਫਰਕ ਨਹੀਂ ਸਮਝਣਾ, ਫਰਕ ਨਹੀਂ ਪਾਉਣਾ। ਇਹ ਹਮਾ ਲਫ਼ਜ਼ ਵਾਰ-ਵਾਰ ਵਰਤਦੇ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸਭਾ ਦੇ ਲਈ, ਸੰਪੂਰਨ ਦੇ ਲਈ, ਸਾਰਿਆਂ ਦੇ ਲਈ ਇਹ ਲਫ਼ਜ਼ ਆਇਆ ਹੈ ਗੁਰੂ ਅਰਜਨ ਸਾਹਿਬ ਵੱਲੋਂ। ਪ੍ਰਤਪਾਲੈ ਨਾਨਕ ਹਮੈ ਆਪੇ ਹਮਾਈ ਬਾਪ, ਵੀ ਸਾਰਿਆਂ ਨੂੰ ਪਾਲਦਾ ਹੈ ਅਕਾਲ ਪੁਰਖ। ਇੱਥੇ ਭਾਵ ਹੈ ਸਾਰੀ ਮਿਹਰਬਾਨੀ, ਸਾਰੀ ਮਿਹਰ, ਸਾਰੀ ਅਜ਼ਮਤ, ਸਾਰੀ ਸ਼ਕਤੀ ਦੇ ਨਾਲ ਪਰਮਾਤਮਾ ਨੇ ਇੱਕ ਸੁੰਦਰ ਸਰੂਪ ਘੜਿਆ, ਜਿਹਦੇ ਵਿੱਚ ਉਹ ਆਪ ਟਿਕ ਗਏ। ਉਸ ਸਰੂਪ ਦਾ ਨਾਮ ਸ੍ਰੀ ਹਰਿਕ੍ਰਿਸ਼ਨ ਸਾਹਿਬ ਸੱਚਾ ਪਾਤਸ਼ਾਹ ਹੈ। ਸੋ ਕਦੇ ਵੀ ਗੁਰੂ ਪਰਮੇਸ਼ਰ ਵਿੱਚ ਭੇਦ ਨਹੀਂ ਸਮਝਣਾ, ਫਰਕ ਨਹੀਂ ਸਮਝਣਾ। ਗੁਰ ਪਰਮੇਸ਼ਰ ਏਕੋ ਜਾਣ, ਇਹ ਭਾਵਨਾ ਰੱਖਣੀ ਹੈ ਸਿੱਖ ਨੇ। ਇਹ ਫਰਕ ਰਾਜਾ ਜੈ ਸਿੰਘ ਦੇ ਅੰਦਰ ਰੰਚਕ ਮਾਤਰ ਸਮੇਂ ਲਈ ਟਿਕ ਗਿਆ ਸੀ। ਇਹ ਸ਼ੰਕਾ ਆ ਗਿਆ ਮਨ 'ਚ ਵੀ 5 ਸਾਲਾਂ ਦੇ ਬੱਚੇ ਨੂੰ ਗੁਰੂ ਨਾਨਕ ਦਾ ਤਖਤ ਮਿਲ ਗਿਆ ਹੈ। ਦਰਸ਼ਨ ਕਰਨ ਦੇ ਲਈ ਦਿੱਲੀ ਦੀਆਂ ਸੰਗਤਾਂ ਵੱਲੋਂ ਬੇਨਤੀ ਕੀਤੀ, ਮਹਾਰਾਜ ਦਿੱਲੀ ਪਹੁੰਚੇ। ਹੁਣ ਕਰਾਮਾਤ ਦੀ ਪਰਖ ਔਰੰਗਜ਼ੇਬ ਵੀ ਕਰਨਾ ਚਾਹੁੰਦਾ ਹੈ। ਜਦੋਂ ਪਾਤਸ਼ਾਹ ਦਿੱਲੀ ਆਏ ਨਾ, ਔਰੰਗਜ਼ੇਬ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਕਹਿੰਦੇ ਮੇਰਾ ਕਰਮ ਸਿੱਖੀ ਨੂੰ ਪ੍ਰਫੁੱਲਤ ਕਰਨਾ ਹੈ, ਮੇਰਾ ਬਾਦਸ਼ਾਹਾਂ ਦੇ ਨਾਲ ਮੇਲ ਜੋਲ ਦਾ ਕੋਈ ਮਤਲਬ ਨਹੀਂ। ਤੇ ਵੈਸੇ ਵੀ ਔਰੰਗਜ਼ੇਬ ਸਾਡਾ ਭਾਈ ਰਾਮ ਰਾਏ ਤੇਰੇ ਪਾਸ ਹੀ ਹੈ, ਉਹਦੇ ਨਾਲ ਸਵਾਲ ਜਵਾਬ ਕਰ ਲੈ। ਦੀਨ ਦੁਨੀਆ ਦੇ ਮਾਲਕ ਇਨਕੁਆਰੀ ਹੋ ਗਏ। ਤੇ ਰਾਜਾ ਜੈ ਸਿੰਘ ਨੂੰ ਨਾ ਔਰੰਗਜ਼ੇਬ ਨੇ ਇੱਕ ਗੱਲ ਆਖੀ ਵੀ ਗੁਰੂ ਨਾਨਕ ਦੇ ਤਖਤ ਦੇ ਇਹ ਵਾਰਸ ਨੇ। ਰਾਮ ਰਾਏ ਇਹਨਾਂ ਦੀ ਸ਼ਾਨ ਵਿੱਚ ਵੱਧ ਘੱਟ ਵੀ ਬੋਲਦੇ ਨੇ। ਹੁਣ 7.5 ਵਰ੍ਹਿਆਂ ਦੀ ਇਹਨਾਂ ਦੀ ਉਮਰ ਹੋਈ ਹੈ। ਪਰਖ ਕੇ ਤੇ ਵੇਖੀਏ ਵੀ ਇਹਨਾਂ ਵਿੱਚ ਉਹ ਸਿਆਣਪ, ਉਹ ਸਮਝ, ਉਹ ਕਰਾਮਾਤ ਹੈ ਵੀ ਖੁਦਾ ਦੀ ਅਗੰਮੀ ਜੋਤ ਨੂੰ ਇਉਂ ਕਿਹਾ ਜਾ ਰਿਹਾ ਹੈ ਵੀ ਇਸ ਸਰੀਰ ਵਿੱਚ ਟਿਕੀ ਹੈ। ਇਹ ਖੁਦਾ ਦਾ ਸਰੂਪ ਨੇ, ਇਹ ਗੁਰੂ ਨਾਨਕ ਦਾ ਸਰੂਪ ਨੇ, ਇਹ ਕਰਾਮਾਤੀ ਨੇ, ਇਹ ਅਜ਼ਮਤੀ ਨੇ। ਇਹਨਾਂ ਦੀ ਪਰਖ ਹੋਣੀ ਚਾਹੀਦੀ ਹੈ ਕਿ ਕਾਮਲ ਨੇ, ਕਰਾਮਾਤੀ ਨੇ, ਅਜ਼ਮਤੀ ਨੇ, ਗੁਰੂ ਨਾਨਕ ਦੇ ਤਖਤ ਦੇ ਅਸਲ ਵਾਰਸ ਨੇ, ਜੋਗ ਵੀ ਨੇ ਕਿ ਨਹੀਂ। ਹੁਣ ਕਵੀ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਅੰਦਰ ਬੜਾ ਸੁੰਦਰ ਲਿਖਿਆ, ਜਿਮ ਅਜ਼ਮਤ ਕਾਮਲ ਪਹਿਚਾਨੋ ਸਹਿਤ ਨਿਮਰਤਾ ਤੈਸੈ ਠਾਨੋ। ਰਾਜਾ ਜੈ ਸਿੰਘ ਨਿਮਰਤਾ ਦੇ ਨਾਲ, ਤਰੀਕੇ ਦੇ ਨਾਲ, ਵਿਧੀ ਦੇ ਨਾਲ ਪਰਖ ਕਰੋ ਇਹਨਾਂ ਦੀ ਵੀ ਕਾਮਲ ਨੇ। ਫਿਰ ਸ਼ੰਕਾ ਆ ਗਿਆ ਨਾ ਵੀ ਅਕਾਲ ਪੁਰਖ ਤੇ ਗੁਰੂ ਵਿੱਚ ਸ਼ਾਇਦ ਕੋਈ ਅੰਤਰ ਹੋਵੇਗਾ। ਜੈ ਸਿੰਘ ਦੇ ਅੰਦਰ ਵੀ ਕਹਿੰਦਾ ਕਰ ਲੈਂਦੇ ਆ ਪਰਖ। ਵੈਸੇ ਗੁਰੂ ਪੀਰਾਂ ਨੂੰ ਸੋਚਦਾ ਹੈ ਪਰਖਣਾ ਨਹੀਂ ਚਾਹੀਦਾ, ਪਰ ਹੁਣ ਔਰੰਗਜ਼ੇਬ ਦਾ ਹੁਕਮ ਹੈ। ਆਪਣੀ ਪਟਰਾਣੀ ਦੇ ਨਾਲ, ਜੋ ਰਾਣੀਆਂ ਚੋਂ ਮੁੱਖ ਸੀ, ਰਾਣੀਆਂ ਤੇ ਸੈਂਕੜੇ ਹੁੰਦੀਆਂ ਰਾਜਿਆਂ ਦੀਆਂ,
ਜੋ ਗੁਣਵੰਤੀ ਹੋਵੇ ਉਹਨੂੰ ਮੁੱਖ ਰਾਣੀ ਪਟਰਾਣੀ ਬਣਾ ਕੇ ਰੱਖਦੇ ਨੇ। ਸਲਾਹ ਕਰਦਾ ਹੈ ਜੈ ਸਿੰਘ, ਕਹਿੰਦਾ ਗੁਰੂ ਸਾਹਿਬ ਮਹਿਲਾਂ ਵਿੱਚ ਦਰਸ਼ਨ ਦੇਣ ਮੈਂ ਬੇਨਤੀ ਕਰਾਂਗਾ। ਇੱਦਾਂ ਕਰਿਓ, ਸਾਰੀਆਂ ਰਾਣੀਆਂ ਸੁੰਦਰ ਵਸਤਰ ਗਹਿਣੇ ਗੱਟੇ ਪਹਿਨ ਲਿਓ ਜੋ ਪਹਿਨਦੀਆਂ ਨੇ। ਦਾਸੀਆਂ ਰਾਣੀਆਂ ਇਕੱਤਰ ਹੋ ਜਾਇਓ ਤੇ ਪਟਰਾਣੀ ਨੂੰ ਕਹਿੰਦਾ ਤੂੰ ਇਸ ਤਰ੍ਹਾਂ ਕਰੀ, ਤੂੰ ਦਾਸੀਆਂ ਵਰਗੇ ਕੱਪੜੇ ਪਹਿਨੀ, ਰਾਣੀਆਂ ਵਾਲੇ ਕੱਪੜੇ ਨਾ ਪਾਈ। ਤੇ ਸੁਣਿਆ ਹੈ ਗੁਰੂ ਮਨ ਦੀ ਇੱਛਾ ਦੀ ਪੂਰਤੀ ਕਰਦਾ ਹੈ, ਤੇ ਮਨ ਵਿੱਚ ਇਹ ਇੱਛਾ ਲਿਆਈ ਵੀ ਜੇ ਗੁਰੂ ਦਿਲ ਦੀਆਂ ਜਾਣਨ ਵਾਲਾ ਹੈ, ਪੂਰਾ ਹੈ, ਸਮਰੱਥ ਹੈ, ਅਗੰਮੀ ਬੁਲੰਦ ਹਸਤੀ ਦਾ ਮਾਲਕ ਹੈ, ਤੇ ਮੇਰੇ ਮਨ ਦੀ ਇੱਛਾ ਹੈ ਮੇਰੀ ਗੋਦ ਵਿੱਚ ਆ ਕੇ ਬੈਠਣ ਖੇਡਣ ਤੇ ਮੇਰਾ ਜੀਵਨ ਸਫਲਾ ਹੋ ਜਾਵੇ। ਇਹ ਇੱਛਾ ਧਾਰਨੀ ਹੈ ਤੂੰ। ਜੇ ਤੇ ਅਜ਼ਮਤ ਵਿੱਚ ਕਰਾਮਾਤ ਵਿੱਚ ਸ਼ਰਸਾਰ ਹੋਏ ਤੇ ਠੀਕ ਹੈ, ਨਹੀਂ ਤੇ ਸਮਝ ਲਵਾਂਗੇ ਵੀ ਦੁਨਿਆਵੀ ਤਖਤ ਵਾਂਗੂ ਹੀ ਇਹ ਤਖਤ ਇਹਨਾਂ ਨੂੰ ਮਿਲ ਗਿਆ ਹੈ, ਜਿਵੇਂ ਬਾਪ ਤੋਂ ਬਾਅਦ ਲਖਤੇ ਜਿਗਰ ਨੂੰ ਮਿਲਦਾ ਹੈ। ਜਿੱਥੇ ਹੁਣ ਗੁਰਦੁਆਰਾ ਬੰਗਲਾ ਸਾਹਿਬ ਹੈ ਨਾ, ਤੁਸੀਂ ਜਿੱਥੇ ਬੈਠੇ ਹੋਏ ਹੋ, ਇਹ ਰਾਜਾ ਜੈ ਸਿੰਘ ਦਾ ਬਾਗ ਸੀ। ਇਹਦੇ ਵਿੱਚ ਬੜਾ ਸੁੰਦਰ ਮਹੱਲ ਸੀ ਜਿੱਥੇ ਗੁਰੂ ਹਰਕ੍ਰਿਸ਼ਨ ਮਹਾਰਾਜ ਦਾ ਪੜਾ ਲਵਾਇਆ ਸੀ ਰਾਜੇ ਨੇ, ਕੀਰਤਪੁਰ ਸਾਹਿਬ ਤੋਂ ਬੇਨਤੀ ਕਰਕੇ ਲਿਆ ਕੇ। ਔਰ ਇਸੇ ਹੀ ਮਹਿਲ ਦੇ ਨਜ਼ਦੀਕ ਇੱਕ ਮਹੱਲ ਸੀ ਰਾਜਾ ਜੈ ਸਿੰਘ ਦਾ, ਪਾਸ ਹੀ ਇੱਕ ਬਾਜ਼ਾਰ ਸੀ, ਇੱਕ ਬਸਤੀ ਸਥਿਤ ਸੀ ਜਿਹਦਾ ਨਾਮ ਜੈ ਸਿੰਘਪੁਰਾ ਕਰਕੇ ਮਸ਼ਹੂਰ ਸੀ। ਪਾਤਸ਼ਾਹ ਇਸ ਜਗ੍ਹਾ ਤੇ ਨੇ ਮਹਿਲਾਂ ਵਿੱਚ। ਰਾਜਾ ਅਗਲੇ ਦਿਨ ਸਿਪਾਹੀਆਂ ਨੂੰ, ਵਜ਼ੀਰਾਂ ਨੂੰ ਪਿੱਛੇ ਖੜਾ ਕਰਕੇ ਆਪ ਨੰਗੇ ਪੈਰੀਂ ਚੱਲ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਲੈਣ ਆਉਂਦਾ ਹੈ। ਬੇਨਤੀਆਂ ਕੀਤੀਆਂ, ਪਾਤਸ਼ਾਹ ਮੰਨ ਗਏ, ਨਾਲ ਚੱਲ ਪਏ ਨੇ। ਜਦੋਂ ਰਾਜ ਮਹੱਲ ਦੇ ਵਿੱਚ ਪਹੁੰਚੇ ਨਾ, ਸਾਰੇ ਰਾਜੇ ਦੇ ਸੇਵਕਾਂ ਨੇ ਚਰਨ ਬੰਦਨਾ ਕੀਤੀ। ਬਾਲਾ ਪ੍ਰੀਤਮ ਰਾਜਾ ਜੈ ਸਿੰਘ ਨਾਲ ਬਚਨ ਬਿਲਾਸ ਕਰਦੇ ਨੇ ਤੇ ਮਹੱਲ ਦੇ ਵਿੱਚ ਇੱਧਰ ਉੱਧਰ ਦ੍ਰਿਸ਼ਟੀ ਦੜਾਉਂਦੇ ਨੇ, ਇੱਧਰ ਉੱਧਰ ਨਜ਼ਰ ਮਾਰਦੇ ਨੇ। ਹੁਣ ਰਾਜਾ ਮਹੱਲ ਦੇ ਉਸ ਹਿੱਸੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਲੈ ਗਿਆ ਜਿੱਥੇ ਰਾਣੀਆਂ ਦਾਸੀਆਂ ਬੈਠੀਆਂ ਹੋਈਆਂ ਸਨ। ਉਹ ਬੈਠੇ ਨੇ, ਸਾਰੇ ਨਮਸਕਾਰ ਕੀਤੀ, ਸਿਰ ਝੁਕਾਇਆ। ਸਭਨਾਂ ਨੂੰ ਪਾਤਸ਼ਾਹ ਨੇ ਦਰਸ਼ਨ ਦਿੱਤੇ। ਹੱਥ ਦੇ ਵਿੱਚ ਨਾ ਇੱਕ ਛੜੀ ਫੜੀ ਹੈ, ਛੋਟੀ ਜੀ ਸੋਟੀ ਫੁੱਲਾਂ ਵਾਲੀ। ਹੁਣ ਉਹ ਜਿਹੜੀ ਪਟਰਾਣੀ ਹੈ ਨਾ, ਦਾਸੀਆਂ ਵਾਲੇ ਕੱਪੜੇ ਪਾ ਕੇ ਕੋਨੇ ਵਿੱਚ ਬੈਠੀ ਹੈ, ਸਭ ਨੇ ਸਿਰ ਨਿਵਾਇਆ, ਉਸਨੇ ਵੀ ਸਿਰ ਨਿਵਾਇਆ। ਤੇ ਬਾਲਾ ਪ੍ਰੀਤਮ ਜੀ ਦਿਲ ਦੀਆਂ ਜਾਣਨ ਵਾਲੇ, ਹੱਥ ਵਿੱਚ ਜਿਨ੍ਹਾਂ ਦੇ ਛੜੀ ਹੈ, ਇੱਕ ਰਾਣੀ ਦੇ ਸਿਰ ਤੇ ਰੱਖਦੇ ਨੇ, ਫਿਰ ਦੂਸਰੀ ਦੇ, ਫਿਰ ਤੀਸਰੀ ਦੇ। ਕਈ ਰਾਣੀਆਂ ਨੇ ਰਾਜੇ ਦੀਆਂ, ਤੇ ਅਲਫਾਜ਼ ਗਲੂਏ ਚੋਂ ਕੀ ਕੱਢਦੇ ਨੇ, ਇਹ ਵੀ ਪਟਰਾਣੀ ਨਹੀਂ, ਇਹ ਵੀ ਪਟਰਾਣੀ ਨਹੀਂ। ਗਿਆਨੀ ਗਿਆਨ ਸਿੰਘ ਜੀ ਹੁਣਾਂ ਨਾ ਪੰਥ ਪ੍ਰਕਾਸ਼ ਵਿੱਚ ਬੜਾ ਸੁੰਦਰ ਲਿਖਿਆ ਹੈ, ਤਬੈ ਗੁਰੂ ਫੁੱਲ ਸ਼ਰੀ ਉਠੈ ਕੈ, ਏਕ ਏਕ ਕੇ ਸੀਸ ਛਵੈਕੈ। ਉਹ ਛੜੀ ਫੜੀ ਹੈ ਫੁੱਲਾਂ ਵਾਲੀ, ਹਰ ਇੱਕ ਦੇ ਸਿਰ ਨੂੰ ਛਵਾਉਂਦੇ ਨੇ। ਨਹਿ ਪਟਰਾਣੀ, ਨਹਿ ਪਟਰਾਣੀ ਬੋਲਤ ਗਏ ਮੁਖ ਇਹੋ ਬਾਣੀ। ਇੱਦਾਂ ਬੋਲ ਰਹੇ ਨੇ, ਇਹ ਵੀ ਪਟਰਾਣੀ ਨਹੀਂ, ਇਹ ਵੀ ਪਟਰਾਣੀ ਨਹੀਂ। ਰਾਜਾ ਬੜਾ ਹੈਰਾਨ ਹੈ, ਇਸ ਅਜ਼ਮਤ ਤੋਂ, ਕਰਾਮਾਤ ਤੋਂ ਹੈਰਾਨ ਹੈ। ਚਲਦੇ ਚਲਦੇ ਮਹਾਰਾਜ ਨਾ ਦਾਸੀਆਂ ਵਿੱਚ ਪਹੁੰਚ ਗਏ। ਦਾਸੀਆਂ ਵਿੱਚ ਜਾ ਕੇ ਇੱਕ ਦਾਸੀ ਦੇ ਪਾਸ ਖਲੋਤੇ ਨੇ। ਕਵੀ ਸੰਤੋਖ ਸਿੰਘ ਜੀ ਹੁਣਾਂ ਨੂੰ ਪੜ੍ਹਿਓ। ਅਧਿਆਏ 46ਵਾਂ ਹੈ, ਰਾਸ 10ਵੀਂ ਹੈ। ਸੂਰਜ ਪ੍ਰਕਾਸ਼ ਅੰਦਰ ਕਹਿੰਦੇ ਨੇ ਖਰੇ ਹੋਏ, ਖਰੇ
ਹੋਏ ਕਹਿ ਸ਼੍ਰੀ ਮੁਖ ਬਾਣੀ। ਸ਼੍ਰੋਮਣੀ ਮੁਖ ਵਾਲੇ ਉਹ ਖੜੇ ਹੋ ਕੇ ਨਾ ਆਪਣੇ ਗਲੂਏ ਚੋਂ ਬੋਲ ਕੱਢਦੇ ਨੇ, ਸਬਤ ਸ਼੍ਰੋਮਣ ਤੂੰ ਹੈ ਪਟਰਾਣੀ, ਖਰੇ ਹੋਏ ਕਹਿ ਸ਼੍ਰੀ ਮੁਖ ਬਾਣੀ। ਇੱਕ ਦਾਸੀ ਕੋਲ ਖਲੋ ਕੇ ਕਹਿੰਦੇ ਤੂੰ ਸ਼੍ਰੋਮਣੀ ਹੈ ਇਹਨਾਂ ਸਾਰਿਆਂ ਵਿੱਚੋਂ, ਤੂੰ ਪਟਰਾਣੀ ਹੈ ਰਾਜੇ ਦੀ। ਇਹਨਾਂ ਕਹਿ ਕੇ ਨਾ ਰਾਣੀ ਦੀ ਗੋਦ ਵਿੱਚ ਬਹਿ ਗਏ। ਉਹਦੀ ਇੱਛਾ ਸੀ ਨਾ ਬਾਲ ਅਵਸਥਾ ਵਿੱਚ ਨੇ ਮੇਰੀ ਗੋਦ ਵਿੱਚ ਬੈਠਣ। ਤੇ ਬਹਿੰਦਿਆਂ ਹੀ ਪਤਾ ਕੀ ਕਹਿੰਦੇ, ਕਹਿੰਦੇ ਇਹ ਗੋਲੀਆਂ ਵਾਲਾ ਭੇਖ ਕਿਉਂ ਧਾਰਿਆ ਹੈ? ਇਹ ਛਲ ਕਪਟ ਤੁਹਾਨੂੰ ਸ਼ੋਭਾ ਨਹੀਂ ਦਿੰਦਾ। ਸਾਧੂਆਂ ਸੰਤਾਂ ਸਤਿਗੁਰਾਂ ਦੇ ਨਾਲ ਛਲ ਨਹੀਂ ਕਰੀਦਾ, ਕਪਟ ਨਹੀਂ ਕਮਾਈਦਾ। ਗੁਰੂਆਂ ਪੀਰਾਂ ਦੀ ਕਦੇ ਪਰਖ ਨਹੀਂ ਲੈਣੀ ਚਾਹੀਦੀ, ਇਮਤਿਹਾਨ ਨਹੀਂ ਲੈਣਾ ਚਾਹੀਦਾ। ਉਠੋ, ਤੁਸੀਂ ਰਾਜਾ ਜੈ ਸਿੰਘ ਦੀ ਪਟਰਾਣੀ ਹੋ, ਆਪਣੇ ਸ਼ੋਭ ਆਸਣ 'ਤੇ ਜਾ ਕੇ ਬੈਠੋ। ਇਹ ਲਿਬਾਸ ਬਦਲ ਕੇ ਸਾਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਇਹ 7.5 ਵਰ੍ਹਿਆਂ ਦੀ ਉਮਰ ਹੈ। ਸਮਝਿਆ ਸੀ ਸ਼ਾਇਦ ਕਾਇਆ ਛੋਟੀ ਹੈ, ਬਚਪਨਾ ਹੈ, ਅਜ਼ਮਤ ਗੁਰੂ ਨਾਨਕ ਵਾਲੀ ਨਹੀਂ ਹੋਵੇਗੀ। ਆਓ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ ਵੀ ਗੁਰੂ ਹਰਕ੍ਰਿਸ਼ਨ ਮਹਾਰਾਜ ਕਿਵੇਂ ਪਹਿਚਾਣ ਰੱਖਦੇ ਨੇ। ਪਤਾ ਕਿਉਂ? ਭਾਈ ਨੰਦ ਲਾਲ ਵੀ ਉਹੀ ਕਹਿਣਗੇ ਜੋ ਗੁਰੂ ਪਾਤਸ਼ਾਹ ਕਹਿੰਦੇ ਨੇ। ਕਹਿੰਦੇ ਸਤਿਗੁਰ ਨੂੰ ਜਿਹਾ ਕੋ ਇਸ਼ਦਾ ਤੇਹਾ ਫਲ ਪਾਏ, ਕੋਈ ਜੈਸੀ ਵੀ ਇੱਛਾ ਹੋਵੇ ਤੁਹਾਡੇ ਮਨ ਦੀ ਉਹੀ ਗੁਰੂ ਪੂਰੀ ਕਰਦਾ ਏ। ਪਟਰਾਣੀ ਦੀ ਇੱਛਾ ਸੀ ਮੇਰੀ ਗੋਦ ਵਿੱਚ ਬੈਠਣ, ਤੇ ਬਾਪੂ ਫਿਰ ਬਿਨ ਬੋਲਿਆਂ ਸਭ ਕੁਛ ਜਾਣਦਾ, ਉਹਦੀ ਗੋਦ ਵਿੱਚ ਬਹਿ ਗਏ। ਕਹਿੰਦੇ ਨਾਨਕ ਕਰਤਾ ਸਭ ਕੁਛ ਜਾਣਦਾ, ਜਿੱਦੂ ਕਿਛ ਗੁੱਝਾ ਨਾ ਹੋਏ। ਕਿਉਂਕਿ ਗੁਰੂ ਹੀ ਕਰਤਾ ਹੈ, ਅਕਾਲ ਪੁਰਖ ਹੈ, ਨਿਰਗੁਣ ਸਰੂਪ ਹੈ। ਨਿਰਗੁਣ ਆਪ ਸਰਗੁਣ ਭੀ ਉਹੀ, ਜੋਤ ਸਰੂਪ ਹੈ। ਜੇ ਸਾਹਮਣੇ ਗੁਰੂ ਹਰਕ੍ਰਿਸ਼ਨ ਨੇ ਤੇ ਰਾਣੀ ਦੇ ਅੰਦਰ ਜਿਹੜੀ ਜੋਤ ਹੈ ਉਹ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਅਕਾਲ ਪੁਰਖ ਦੀ ਹੈ। ਤੁਹਾਡੇ ਸਾਰਿਆਂ ਅੰਦਰ ਹੀ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਸਾਰਿਆਂ ਅੰਦਰ ਉਹਦੇ ਬਖਸ਼ੇ ਸਵਾਸ ਨੇ। ਤੇ ਜਿਹੜਾ ਸਾਰਿਆਂ ਦੇ ਅੰਦਰ ਨਿਰਗੁਣ ਸਰੂਪ ਹੋ ਕੇ ਸੁਭਾਏਮਾਨ ਹੈ, ਉਹ ਸਾਰਿਆਂ ਦੇ ਅੰਦਰ ਦੀ ਤੇ ਜਾਣਦਾ ਹੀ ਹੋਵੇਗਾ। ਮਹਾਰਾਜ ਨੇ ਝੱਟ ਬੁੱਝ ਲਿਆ। ਇੱਕ ਗੱਲ ਦਾ ਖਿਆਲ ਰੱਖੀ, ਰਾਣੀ ਨੇ ਬੜੀ ਸੇਵਾ ਕੀਤੀ। ਰਾਜਾ ਜੈ ਸਿੰਘ ਨੇ ਪਟਰਾਣੀ ਸਮੇਤ ਚਰਨ ਫੜ ਲਏ ਵੀ ਸਾਨੂੰ ਖਿਮਾ ਕਰ ਦਿਓ। ਗੁਰੂ ਪਾਤਸ਼ਾਹ ਕਹਿੰਦੇ ਤੁਹਾਨੂੰ ਇੱਦਾਂ ਪਰਖ ਨਹੀਂ ਸੀ ਲੈਣੀ ਚਾਹੀਦੀ। ਖੈਰ ਉਹਨਾਂ ਨੇ ਭੁੱਲ ਬਖਸ਼ਾਈ, ਬਖਸ਼ਿਸ਼ਾਂ ਹਾਸਲ ਕੀਤੀਆਂ। ਗੁਰੂ ਸਾਹਿਬ ਨੇ ਇੱਕ ਗੱਲ ਸਮਝਾਈ ਹੈ, ਬਾਣੀ ਦੇ ਬੜੇ ਪਾਕ ਬੋਲ ਨੇ, ਗੁਰ ਕੀ ਕਰਨੀ ਕਾਹੇ ਧਾਵਹੁ ਨਾਨਕ, ਗੁਰਮਤਿ ਸਾਚ ਸਮਾਵਹੁ। ਕਹਿੰਦੇ ਇਸ ਗੱਲ ਦਾ ਖਿਆਲ ਰੱਖੀ, ਗੁਰੂ ਦੀ ਕਰਨੀ ਕੀ ਹੈ, ਗੁਰੂ ਕੀ ਕਰ ਸਕਦਾ ਹੈ, ਕੀ ਨਹੀਂ ਕਰ ਸਕਦਾ। ਇਹ ਪਰਖ ਕਰਨ ਦੀ ਕੋਸ਼ਿਸ਼ ਨਾ ਕਰੀ, ਤੂੰ ਇਹ ਯਤਨ ਵੀ ਨਾ ਕਰੀ। ਡੋਂਟ ਚੇਜ਼ ਆਫਟਰ ਦਾ ਗੁਰੂਜ਼ ਐਕਸ਼ਨਸ, ਗੁਰੂ ਦੀ ਕਰਨੀ ਵੱਲ ਨਾ ਦੌੜ, ਕਿਉਂਕਿ ਤੇਰੀ ਜਿਹੜੀ ਸੁਰਤੀ ਹੈ ਇਹਦੀ ਔਕਾਤ ਬੁਲਬਲੇ ਵਾਲੀ ਹੈ, ਤੇ ਗੁਰੂ ਸਾਗਰ ਹੈ, ਅਜ਼ਮਤਾਂ ਦਾ ਸਮੁੰਦਰ ਹੈ। ਉਹਨੂੰ ਪਰਖਣ ਦੀ ਕੋਸ਼ਿਸ਼ ਨਾ ਕਰ। ਜਦੋਂ ਤੂੰ ਪਰਖੇਂਗਾ, ਤੂੰ ਮਨੁੱਖਾ ਬੁੱਧੀ ਦੇ ਆਧਾਰ ਤੇ ਪਰਖੇਂਗਾ। ਜਿੰਨੀ ਕੁ ਤੇਰੀ ਆਪਣੀ ਔਕਾਤ ਹੈ, ਤੈਨੂੰ ਗੁਰੂ ਵੀ ਓਡਾ ਹੀ ਜਾਪੇਗਾ। ਸੋ ਪਰਖਣ ਦੀ ਕੋਸ਼ਿਸ਼ ਨਾ ਕਰ, ਬਸ ਇਹ ਯਤਨ ਕਰ, ਨਾਨਕ ਗੁਰਮਤਿ ਸਾਚ ਸਮਾਵੋ। ਗੁਰੂ ਦੀ ਸਿੱਖਿਆ ਲੈ ਕੇ ਗੁਰੂ ਵਿੱਚ ਅਭੇਦ ਹੋ ਜਾ। ਸਮੁੰਦਰ ਵਿੱਚ ਨਦੀ ਸਮਾ ਗਈ, ਸਮੁੰਦਰ ਹੋ ਗਈ, ਫਿਰ ਪਰਖਾਂ ਨਹੀਂ ਕਰੇਂਗਾ ਤੂੰ, ਫਿਰ ਤੂੰ ਗੁਰੂ ਦਾ ਹੀ ਰੂਪ ਹੋ ਜਾਵੇਂਗਾ, ਅਭੇਦਤਾ ਹਾਸਲ ਹੋ ਜਾਵੇਗੀ। ਦੀਨ ਦੁਨੀਆ ਦੇ ਮਾਲਕ ਦਾ ਦਾਇਰਾ ਤੈਨੂੰ ਸਮਝ ਆਵੇਗਾ ਵੀ ਅਥਾਹ ਹੈ, ਇਹਦਾ ਅੰਤ ਨਹੀਂ ਪੈ ਸਕਦਾ। ਇੱਦਾਂ ਕਈ ਵਾਰ ਬਾਦਸ਼ਾਹ ਔਰੰਗਜ਼ੇਬ ਨੇ ਪਰਖ ਕਰਵਾਈ। ਅਖੀਰ ਉਸਨੂੰ ਇਹ ਯਕੀਨ ਹੋ ਗਿਆ ਸੀ ਰਾਜਾ ਜੈ ਸਿੰਘ ਸਮੇਤ ਵੀ ਇਹ ਬਜ਼ੁਰਗੀਆਂ, ਅਜ਼ਮਤਾਂ, ਕਰਾਮਾਤਾਂ ਦੇ ਵਾਲੀ ਗੁਰੂ ਨਾਨਕ
ਦੇ ਹੀ ਸਰੂਪ ਨੇ। ਇਹ ਠੀਕ ਹੈ, ਬਾਣੀ ਜਿਵੇਂ ਕਹਿੰਦੀ ਹੈ ਜੋਤ ਓਹਾ ਜੁਗਤ ਸਾਈ ਸਹਿ ਕਾਇਆ ਫੇਰ ਪਲਟੀ ਹੈ। ਕਾਇਆ ਹੀ ਬਦਲੀ ਹੈ, ਜੋਤ ਉਹੀ ਹੈ। ਦਾਸ ਇਹ ਉਦਾਹਰਣ ਦਿੰਦਾ ਹੁੰਦਾ ਹੈ ਵੀ ਜੋਤ ਦਾ ਭਾਰ ਕੋਈ ਨਹੀਂ ਹੈ। ਤੂੰ ਦੋ ਦੀਵੇ ਬਾਜ਼ਾਰ ਚੋਂ ਲਏ, ਇੱਕ ਦੀ ਕਾਇਆ ਵੱਡੀ ਇੱਕ ਦੀ ਛੋਟੀ, ਇੱਕ ਦੀਵਾ ਜਗਦਾ ਹੈ ਦੂਜਾ ਤੂੰ ਬੁਝਾ ਦੇ, ਤੇ ਜੇ ਤੂੰ ਆਖੇ ਨਾ ਵੀ ਦੀਵੇ ਬੁਝਣ ਦੇ ਨਾਲ ਬੁਝੇ ਹੋਏ ਦੀਵੇ ਦਾ ਭਾਰ ਘਟ ਗਿਆ ਤੇ ਜਗਦੇ ਹੋਏ ਦੀਵੇ ਦਾ ਭਾਰ ਵੱਧ ਹੈ, ਇਹ ਗਲਤ ਹੈ। ਜੋਤ ਦਾ ਭਾਰ ਕੋਈ ਨਹੀਂ ਹੈ, ਜੋਤ ਗੁਪਤ ਪ੍ਰਗਟ ਹੁੰਦੀ ਹੈ। ਇਸ ਗੱਲ ਦਾ ਖਿਆਲ ਰੱਖੀ। ਦੀਵਾ ਕੋਈ ਵੀ ਹੋ ਸਕਦਾ ਹੈ, ਸਰੀਰ ਛੋਟਾ ਹੈ ਗੁਰੂ ਹਰਕ੍ਰਿਸ਼ਨ ਮਹਾਰਾਜ ਦਾ ਜਾਂ ਵੱਡਾ ਹੈ ਗੁਰੂ ਨਾਨਕ ਸਾਹਿਬ ਦਾ। ਫਿਰ ਧਿਆਨ ਦੇ, ਜੋਤ ਓਹਾ ਜੁਗਤ ਸਾਈ ਸਹਿ ਕਾਇਆ ਫੇਰ ਪਲਟੀ ਹੈ। ਇੱਥੇ ਗੱਲ ਕਾਇਆ ਦੀ ਹੈ, ਲਿਬਾਸ ਦੀ ਹੈ, ਕਾਇਆ ਬਦਲੀ ਹੈ। ਗੁਰੂ ਉਹੀ ਹੈ, ਤਾਕਤਾਂ ਉਹੀ ਨੇ। ਕਹਿੰਦੇ ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਭਰਪੂਰੇ। ਅਕਾਲ ਪੁਰਖ ਦੀ ਸਫਲ ਮੂਰਤੀ ਗੁਰੂ ਹੈ ਤੇ ਨਾਲ ਲਫ਼ਜ਼ ਵਰਤਿਆ ਹੈ ਸਰਬ ਕਲਾ ਭਰਪੂਰੇ। ਕਲਾ ਕਹਿੰਦੇ ਨੇ ਕਰਾਮਾਤ ਨੂੰ, ਅਜ਼ਮਤ ਨੂੰ। ਜਿਹੜੇ ਸਿੱਖ ਜਗਤ ਵਿੱਚ ਪ੍ਰਚਾਰਕ ਵੀਰ ਅਖਵਾਉਂਦੇ ਨੇ ਔਰ ਕਹਿ ਦਿੰਦੇ ਨੇ ਗੁਰੂ 'ਚ ਕਰਾਮਾਤ ਨਹੀਂ, ਸਭ ਤੋਂ ਵੱਡਾ ਕੁਫਰ ਤੋਲਦੇ ਨੇ, ਵੱਡਾ ਝੂਠ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਰਬ ਕਲਾ ਭਰਪੂਰੇ। ਗੁਰੂ ਸੰਪੂਰਨ ਹੈ, ਕਲਾ ਦਾ, ਅਜ਼ਮਤਾਂ ਦਾ ਮਾਲਕ ਹੈ। ਹੀ ਇਜ਼ ਓਵਰਫਲੋਇੰਗ ਵਿਦ ਆਲ ਦਾ ਪਾਵਰਸ। ਕਹਿੰਦੇ ਇੰਨੀ ਤਾਕਤ ਹੈ ਉਛਲ ਉਛਲ ਪੈ ਰਹੀ ਹੈ, ਅਜ਼ਮਤਾਂ ਨਾਲ ਸ਼ਰਸਾਰ ਹੈ ਗੁਰੂ। ਸੋ ਇੱਥੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਨੇ? ਸਫਲ ਮੂਰਤ ਗੁਰਦੇਵ ਸੁਆਮੀ, ਅਕਾਲ ਪੁਰਖ ਦੀ ਸਫਲ ਮੂਰਤੀ ਨੇ। ਇਹੀ ਭਾਈ ਨੰਦ ਲਾਲ ਨੇ ਕਿਹਾ ਹੈ ਵੀ ਉਹਨਾਂ ਦਾ ਸਾਰਾ ਵਜੂਦ, ਗੁਰੂ ਹਰਕ੍ਰਿਸ਼ਨ ਮਹਾਰਾਜ ਦਾ ਸਾਰੇ ਦਾ ਸਾਰਾ ਵਜੂਦ ਪਰਮਾਤਮਾ ਦੇ ਨੂਰ ਤੋਂ ਬਣਿਆ ਹੈ। ਵਜੂਦਸ਼ ਹਵਾ ਫਜ਼ਲੋ ਅਫਜ਼ਾਲੇ ਹੱਕ। ਇਸ ਕਰਕੇ ਗੁਰੂ ਹਰਕ੍ਰਿਸ਼ਨ ਤੇ ਅਕਾਲ ਪੁਰਖ ਨਿਰਗੁਣ ਤੇ ਸਰਗੁਣ ਸਰੂਪ ਨੇ, ਇੱਕ ਮਿੱਕ ਨੇ, ਉਹਨਾਂ ਵਿੱਚ ਫਰਕ ਕੋਈ ਨਹੀਂ ਹੈ। ਅਗਲੇ ਸ਼ੇਰ ਵਿੱਚ ਕਹਿੰਦੇ ਨੇ ਹਮਾ ਸਾਇਲੇ ਲੁਤਫੇ ਹੱਕ ਬਰਦਰਸ਼ ਜ਼ਮੀਨੋ ਜ਼ਮਾ ਜ਼ੁਮਲਹ ਫਰਮਾ ਬਰਸ਼। ਫਿਰ ਹਮਾ ਲਫ਼ਜ਼ ਵਰਤਦੇ ਨੇ, ਉਹਨਾਂ ਦੀ ਕਲਮ ਦਾ ਕਮਾਲ ਹੈ। ਹਰ ਸ਼ੇਰ ਦੇ ਵਿੱਚ ਹਮਾ ਲਫ਼ਜ਼ ਲੈ ਕੇ ਆ ਰਹੇ ਨੇ। ਹਮਾ ਦਾ ਭਾਵ ਫਾਰਸੀ ਦਾ ਲਫ਼ਜ਼ ਹੈ ਸਭਾ, ਸੰਪੂਰਨ, ਸਾਰੇ ਦਾ ਸਾਰਾ। ਸਾਇਲੇ ਜਾਚਕ ਨੂੰ ਕਹਿੰਦੇ ਨੇ, ਮੰਗਣ ਵਾਲੇ ਨੂੰ, ਮੰਗਤੇ ਨੂੰ। ਲੁਤਫੇ ਇਹ ਅਰਬੀ ਦਾ ਲਫ਼ਜ਼ ਹੈ। ਲੁਤਫ ਦਾ ਭਾਵ ਹੁੰਦਾ ਹੈ ਆਨੰਦ, ਖੁਸ਼ੀ, ਮਿਹਰਬਾਨੀ। ਹੱਕ ਰੱਬ ਨੂੰ ਕਿਹਾ ਗਿਆ ਹੈ, ਇਹ ਵੀ ਅਰਬੀ ਦਾ ਲਫ਼ਜ਼ ਹੈ। ਸੱਤਿਆ ਨੂੰ, ਸੱਚ ਨੂੰ ਕਿਹਾ ਗਿਆ ਹੈ, ਸਦਾ ਰਹਿਣ ਵਾਲੇ ਨੂੰ। ਅੱਗੇ ਹੈ ਬਰ ਦਰਸ਼। ਬਰ ਕਹਿੰਦੇ ਨੇ ਉੱਚਾ, ਤੇ ਦਰਸ਼ ਦਾ ਭਾਵ ਹੈ ਦਵਾਰ, ਦਰਵਾਜ਼ਾ। ਇਹਦਾ ਅਰਥ ਇਹ ਬਣਿਆ, ਭਾਈ ਨੰਦ ਲਾਲ ਕਹਿੰਦੇ ਨੇ ਐ ਗੁਰੂ ਹਰਕ੍ਰਿਸ਼ਨ ਉੱਚੇ ਮਹੱਲਾਂ ਵਾਲੇ, ਉੱਚੀ ਸ਼ਾਨ ਵਾਲੇ, ਉੱਚੇ ਦਰ ਵਾਲੇ, ਦਰਵਾਜ਼ੇ ਵਾਲੇ। ਜਿੰਨੀਆਂ ਵੀ ਮਿਹਰਬਾਨੀਆਂ ਨੇ, ਮਿਹਰਾਂ ਨੇ ਪਰਮਾਤਮਾ ਦੇ ਘਰ ਦੀਆਂ, ਸਾਰੇ ਜਾਚਕ ਤੇਰੇ ਦਰ ਤੋਂ ਹੀ ਮੰਗਦੇ ਨੇ, ਕਿਉਂਕਿ ਤੇਰਾ ਦਰ ਤੇ ਪਰਮਾਤਮਾ ਦਾ ਦਰ ਇੱਕੋ ਹੀ ਹੈ। ਸਭ ਤੇਰੇ ਪਾਸੋਂ ਮੰਗਦੇ ਨੇ। ਤੂੰ ਮਿਹਰਬਾਨੀਆਂ ਦਾ ਘਰ ਹੈ, ਸਾਰਿਆਂ ਦੀਆਂ ਤੂੰ ਝੋਲੀਆਂ ਭਰਨ ਵਾਲਾ ਹੈ, ਸਾਰਿਆਂ ਤੇ ਤੂੰ ਕਿਰਪਾ ਕਰਨ ਵਾਲਾ ਹੈ। ਸੋ ਤੇਰੇ ਦਰ ਤੇ ਇਸੇ ਕਰਕੇ ਰੌਣਕਾਂ ਲੱਗੀਆਂ ਰਹਿੰਦੀਆਂ ਨੇ। ਤੁਸੀਂ ਰੋਜ਼ ਪਾਕ ਬਾਣੀ ਵਿੱਚ ਪੜ੍ਹਦੇ ਹੋ, ਆਪੇ ਗੁਰਦਾਤਾ ਕਰਮ ਵਿਦਾਤਾ। ਆਪ ਹੀ ਕਰਮ ਲਿਖਦਾ ਹੈ ਅਕਾਲ ਪੁਰਖ ਹੋ ਕੇ, ਆਪ ਹੀ ਫਿਰ ਲਿਖੇ ਹੋਏ ਕਰਮਾਂ ਅਨੁਸਾਰ ਦਾਤਾ ਹੈ, ਤੁਹਾਨੂੰ ਦਾਤਾਂ ਦਿੰਦਾ ਹੈ, ਤੁਹਾਡੀਆਂ ਝੋਲੀਆਂ ਭਰਦਾ ਹੈ। ਸੋ ਇਸ ਗੱਲ ਨੂੰ ਜ਼ਿਹਨ ਵਿੱਚ ਟਿਕਾ ਲਵੋ। ਗੁਰੂ ਹਿਮਸੈਲਫ ਇਜ਼ ਦਾ ਗਿਵਰ, ਹੀ ਹਿਮਸੈਲਫ ਇਜ਼ ਦਾ ਆਰਕੀਟੈਕਟ ਆਫ ਡੈਸਟੀਨੀ। ਤੇਰੇ ਲੇਖ ਲਿਖੇ ਨਿਰਗੁਣ ਸਰੂਪ ਹੋ ਕੇ, ਲੇਖਾਂ ਅਨੁਸਾਰ ਸਰਗੁਣ ਸਰੂਪ ਰਾਹੀਂ ਤੇਰੀ ਝੋਲੀ ਭਰ ਦਿੱਤੀ।
ਸੋ ਗੁਰੂ ਪਰਮੇਸ਼ਰ ਇੱਕ ਹੈ, ਨਿਰਗੁਣ ਹੋ ਕੇ ਲੇਖ ਲਿਖਦਾ, ਸਰਗੁਣ ਹੋ ਕੇ ਝੋਲੀਆਂ ਭਰਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਇਹੀ ਕਹਿੰਦੇ ਨੇ, ਕਹਿੰਦੇ ਉਹਨਾਂ ਦੇ ਦਰਵਾਜ਼ੇ ਤੇ ਰੱਬੀ ਮਿਹਰਬਾਨੀਆਂ ਵਰਸਦੀਆਂ ਨੇ। ਸਾਰੇ ਜਾਚਕ ਬਣ ਕੇ ਉਹਦੇ ਪਾਸੋਂ ਮੰਗਦੇ ਨੇ, ਉਹਦੇ ਦਰ ਤੇ ਆ ਕੇ ਬੇਨਤੀਆਂ ਕਰਦੇ ਨੇ, ਤੇ ਫਿਰ ਜੋ ਵੀ ਤੁਸੀਂ ਮੰਗਦੇ ਹੋ ਉਹ ਤੁਹਾਨੂੰ ਬਖਸ਼ ਦਿੰਦਾ ਹੈ। ਅੱਗੇ ਕਹਿੰਦੇ ਨੇ ਜ਼ਾਮੀਨੋ ਜ਼ਾਮਾ ਜ਼ੁਮਲਹਿ ਫਰਮਾ ਬਰਸ਼। ਉਹ ਜਿਹੜਾ ਗੁਰੂ ਹੈ ਨਾ, ਜ਼ਾਮੀਨੋ, ਜ਼ਾਮੀਨੋ ਤੋਂ ਭਾਵ ਹੈ ਧਰਤੀ। ਇਹ ਜਿਹੜੀ ਪਾਕ ਰੂਹੇ ਜ਼ਮੀਨ ਹੈ। ਅੱਗੇ ਲਫ਼ਜ਼ ਵਰਤਦੇ ਨੇ ਜ਼ਮਾ। ਜ਼ਮਾ ਤੋਂ ਭਾਵ ਹੈ ਇਹ ਜਿਹੜਾ ਆਕਾਸ਼ ਹੈ, ਇਹ ਜਿਹੜਾ ਉੱਚਾ ਆਕਾਸ਼ ਹੈ। ਇਹ ਜ਼ਮਾ ਲਫ਼ਜ਼ ਅਰਬੀ ਦਾ ਹੈ, ਜ਼ਮੀਨ ਲਫ਼ਜ਼ ਫਾਰਸੀ ਦਾ ਹੈ। ਭਾਵ ਇਹ ਮੇਦਨੀ, ਇਹ ਭੂਮੀ। ਜਿਹੜਾ ਜ਼ਮਾ ਲਫ਼ਜ਼ ਹੈ ਨਾ, ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਵੇਗਾ, ਜ਼ਮੀਨ ਵੀ ਆਵੇਗਾ, ਦਸਮ ਬਾਣੀ 'ਚ ਵੀ ਆਵੇਗਾ। ਕਲਗੀਧਰ ਲਿਖਦੇ ਨੇ ਨਾ, ਜ਼ਮੀਨ ਜ਼ਾਮਾਨ ਸਬਾਨ ਕਹਿ ਪੇਖੈ। ਉਹ ਹਰ ਜ਼ਰੇ ਵਿੱਚ ਮੌਜੂਦ ਹੈ। ਸੋ ਅੱਗੇ ਲਫ਼ਜ਼ ਵਰਤਿਆ ਹੈ ਜੁਮਲਾ ਹੈ। ਜੁਮਲਾ ਤੋਂ ਭਾਵ ਤਮਾਮ, ਸਾਰੇ ਦੇ ਸਾਰੇ। ਇਹ ਵੀ ਅਰਬੀ ਦਾ ਲਫ਼ਜ਼ ਹੈ। ਫਰਮਾ ਬਰਸ਼, ਤਿੰਨ ਲਫ਼ਜ਼ ਨੇ ਪਦ ਛੇਦ ਕਰਕੇ ਬਣਦੇ, ਫਰਮਾਨ, ਬਰ ਤੇ ਅਸ਼। ਅਸ਼ ਦਾ ਮਤਲਬ ਹੈ ਉਹਨਾਂ ਦਾ, ਬਰ ਦਾ ਮਤਲਬ ਹੈ ਜੋ ਮੰਨਦੇ ਨੇ, ਫਰਮਾਨ ਹੁਕਮ, ਗਲੂਏ ਚੋਂ ਨਿਕਲੇ ਬੋਲ। ਐ ਗੁਰੂ ਹਰਿਕ੍ਰਿਸ਼ਨ, ਤੁਸੀਂ ਪਰਮਾਤਮਾ ਦੇ ਸਰੂਪ ਹੋ। ਜਿੱਥੇ ਤੁਸੀਂ ਨਿਰਗੁਣ ਹੋ, ਪਰਮ ਈਸ਼ਵਰ ਹੋ, ਉੱਥੇ ਸਮੁੱਚੀ ਲੋਕਾਈ ਤੁਹਾਡਾ ਹੁਕਮ ਮੰਨ ਰਹੀ ਹੈ। ਜਿੱਥੇ ਸਰਗੁਣ ਹੋ, ਉੱਥੇ ਸਿੱਖ ਸੇਵਕ ਤੁਹਾਡਾ ਹੁਕਮ ਮੰਨ ਰਹੇ ਨੇ। ਸੋ ਜ਼ਮੀਨ ਤੇ ਜ਼ਮਾਨ ਇਹ ਸਾਰੇ ਤੁਹਾਡੇ ਹੁਕਮ ਵਿੱਚ ਚੱਲਦੇ ਨੇ। ਤੁਹਾਡੇ ਹੁਕਮ ਤੋਂ ਬਾਹਰ ਕੋਈ ਨਹੀਂ ਹੈ, ਤੇ ਜਿਹੜਾ ਤੁਹਾਡੇ ਹੁਕਮ ਵਿੱਚ ਚੱਲਦਾ ਹੈ ਉਹੀ ਪ੍ਰਵਾਨ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਸਾਰੇ ਤੁਹਾਡੇ ਹੁਕਮ ਵਿੱਚ ਪਾਤਸ਼ਾਹ ਚੱਲਦੇ ਨੇ। ਕੋਈ ਹੁਕਮ ਅਦੂਲੀ ਨਹੀਂ ਕਰਦਾ, ਕੋਈ ਹੁਕਮ ਤੋਂ ਬਾਹਰ ਨਹੀਂ ਚੱਲਦਾ। ਸੋ ਐਸੀ ਅਗੰਮੀ ਵਡਿਆਈ ਤੁਹਾਡੀ ਹੈ, ਤੇ ਜਿਹੜਾ ਵੀ ਤੁਹਾਡੇ ਹੁਕਮ ਵਿੱਚ ਚੱਲੇਗਾ ਉਸ ਦਾ ਜੀਵਨ ਸਫਲਾ ਹੈ। ਚਾਹੇ ਉਹ ਦੈਵਿਕ ਤਾਕਤਾਂ ਦੇ ਮਾਲਕ ਦੇਵਤੇ ਨੇ, ਦੁਨਿਆਵੀ ਇਨਸਾਨ ਨੇ, ਅੰਡਜ ਜੇਰਜ ਸੇਤਜ ਉਤਪੁਜ ਨੇ, ਸਾਰਿਆਂ ਦੀ ਕਰਮਗਤ ਤੇਰੇ ਹੁਕਮ ਦੇ ਵਿੱਚ ਹੀ ਲਿਖੀ ਜਾਂਦੀ ਹੈ। ਸਾਰੇ ਤੇਰੇ ਅੱਗੇ ਹੀ ਸੀਸ ਨਿਵਾਉਂਦੇ ਨੇ। ਸੋ ਜਿਹੜਾ ਵੀ ਸਿਰ ਨਿਵਾਵੇਗਾ, ਸਿਰ ਝੁਕਾਵੇਗਾ, ਉਸ 'ਤੇ ਮਿਹਰ ਕਰਦਾ ਹੈ, ਉਸ 'ਤੇ ਤੂੰ ਕਰਮ ਕਰਦਾ ਹੈ, ਉਸ 'ਤੇ ਤੂੰ ਕਿਰਪਾ ਕਰਦਾ ਹੈ। ਸੋ ਆਓ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦੇ ਦਰ ਨਾਲ ਜੁੜੀਏ, ਗੁਰੂ ਪਰਮੇਸ਼ਰ ਦੇ ਗੀਤ ਗਾਈਏ, ਤੇ ਆਪਣਾ ਜਿਹੜਾ ਜੀਵਨ ਹੈ ਸਫਲਾ ਕਰੀਏ। ਇੱਥੇ ਹੀ ਦਾਸ ਵਿਚਾਰ ਨੂੰ ਸੰਕੋਚਦਾ ਹੈ। ਭੁੱਲ ਚੁੱਕ ਦੀ ਖਿਮਾ ਗੁਰੂ ਪਾਤਸ਼ਾਹ ਸੰਗਤਾਂ ਬਖਸ਼ ਦੇਣ। ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੀ ਬੇਅੰਤ ਅਗੰਮੀ ਵਡਿਆਈ ਹੈ। ਇਸ ਰਚਨਾ ਦੇ 2 ਸ਼ੇਰ ਜਿਹੜੇ ਨੇ ਉਹਨਾਂ ਦੀ ਕੱਲ੍ਹ ਨੂੰ ਵਿਆਖਿਆ ਕਰਕੇ ਆਪ ਸੰਗਤ ਪਾਸੋਂ ਖੁਸ਼ੇ ਲੈਣੇ ਨੇ। ਹਾਜ਼ਰੀ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।